ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਅਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ FCI ਦਾ ਲੈਕਚਰ ਨੰਬਰ 1। ਠੀਕ ਹੈ, ਲੈਕਚਰ ਨੰਬਰ ਪਹਿਲਾ ਲੱਗੂਗਾ FCI ਦਾ। ਅਤੇ ਇਹਦੇ ਵਿੱਚ ਤੁਹਾਨੂੰ ਦੱਸ ਦਾਂਗਾ ਕੀ ਚੱਕਰ ਪੈਂਦਾ ਸਾਰਾ। ਜਿਹੜਾ ਇਹ ਲੈਕਚਰ ਭਾਈ ਲਾ ਰਹੇ ਹਾਂ ਆਪਾਂ FCI ਦਾ ਹੁਣ, ਇਹ ਲੈਕਚਰ ਤੁਹਾਨੂੰ ਮਤਲਬ ਪੇਪਰ ਤੱਕ ਮਿਲਣਗੇ। ਠੀਕ ਹੈ, ਥਿਊਰੀ ਨਹੀਂ ਕਰਾਂਗੇ ਆਪਾਂ, ਸਿਰਫ MCQ ਕਰਾਂਗੇ। 2000 MCQ ਕਰਾਂਗੇ ਆਪਾਂ। ਠੀਕ ਹੈ, 2000 MCQ। ਆਹ ਵੀਡੀਓ ਤੋਂ ਅੰਦਾਜ਼ਾ ਲਾ ਲਿਓ। ਠੀਕ ਹੈ, ਅੱਜ ਇਹਦੇ ਵਿੱਚ 25 MCQ ਹੈਗੇ, ਅਤੇ ਜੇ 10 ਦਿਨ ਵੀ ਕਰਦੇ 10 ਦਿਨਾਂ ਵਿੱਚ 250, 20 ਦਿਨਾਂ ਦੇ ਵਿੱਚ 750 ਹੋ ਜਾ ਕਰਨਗੇ ਆਪਣੇ ਇੱਕ ਮਹੀਨੇ ਦੇ ਵਿੱਚ। ਠੀਕ ਹੈ, ਇੱਕ ਮਹੀਨੇ ਦੇ ਵਿੱਚ ਆਪਾਂ 750 ਦੇ ਕੰਪਲੀਟ ਕਰ ਦਾਂਗੇ। ਅਤੇ ਜੇ ਵਿੱਚ ਵੀ ਆਪਾਂ ਮੈਰਾਥਨ ਕਲਾਸ ਵੀ ਕਰਦਿਆ ਕਰਾਂਗੇ ਇੱਕ, ਜਿਹਦੇ ਕਰਕੇ ਆਪਾਂ 1000 ਇੱਕ ਮਹੀਨੇ ਦੇ ਵਿੱਚ ਕੰਪਲੀਟ ਕਰ ਦਾਂਗੇ। ਠੀਕ ਹੈ, ਅਤੇ ਹੋਰ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਇਹਦੇ 'ਚ ਸਾਰੀਆਂ ਚੀਜ਼ਾਂ ਕਵਰ ਹੋ ਜਾ ਕਰਨੀਆਂ। ਆਪਣੀ ਜਿਓਗ੍ਰਾਫੀ ਵੀ ਕਵਰ ਹੋ ਜਾ ਕਰੂਗੀ, ਅਤੇ A to Z ਸਾਰਾ ਕਵਰ ਹੋ ਜਾ ਕਰੂਗਾ। ਇਸ ਤੋਂ ਬਾਅਦ ਕਰੰਟ ਅਫੇਅਰ ਲੈਕਚਰ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਊਂਗਾ। ਹਜੇ ਨਹੀਂ ਕਰਵਾਉਂਦਾ ਪ੍ਰੋਵਾਈਡ, ਉਹ ਜਦੋਂ ਪੇਪਰ ਨੇੜੇ ਆ ਗਿਆ ਉਦੋਂ ਪ੍ਰੋਵਾਈਡ ਕਰਵਾਊਂਗਾ। ਤੁਹਾਨੂੰ ਮੈਂ ਇਕੱਠੇ ਹੀ ਕਰਵਾ ਦੂੰਗਾ ਸਾਰੇ ਕਰੰਟ ਅਫੇਅਰ। ਇੱਕ ਗੱਲ ਤਾਂ ਇਹ ਹੋ ਗਈ। ਜਿਹੜੀ ਮੇਨ ਗੱਲ ਹੈਗੀ, ਰੀਜ਼ਨਿੰਗ ਦੇ ਲੈਕਚਰ ਤੁਹਾਡੇ ਕੱਲ੍ਹ ਤੋਂ ਸ਼ੁਰੂ ਹੈ। ਰੀਜ਼ਨਿੰਗ ਦਾ ਵੀ ਲੱਗੂਗਾ ਕੱਲ੍ਹ ਨੂੰ, ਮੈਥ ਦਾ ਵੀ ਲੱਗੂਗਾ, ਅਤੇ ਇੰਗਲਿਸ਼ ਦਾ ਤੁਹਾਡਾ ਹਜੇ 1-2 ਦਿਨ ਲੇਟ ਲੱਗੂਗਾ। ਠੀਕ ਹੈ, ਲੱਗਿਆ ਤਾਂ ਕਰੂਗਾ ਪਰ 1-2 ਦਿਨ ਲੇਟ ਲੱਗੂਗਾ ਹਜੇ। ਅਤੇ ਜਿਹੜੀ ਆਪਾਂ ਮੇਨ ਗੱਲ ਕਰਨ ਜਾ ਰਹੇ ਹਾਂ ਭਾਈ, ਉਹ ਮੈਂ ਕਿ ਪੇਪਰ ਦੀ ਟੈਨਸ਼ਨ ਨਾ ਲਓ। ਠੀਕ ਹੈ, ਜਿਹੜਾ ਕੁਛ ਮੈਂ ਕਰਵਾਊਂਗਾ ਪੇਪਰ ਉਹਦੇ ਵਿੱਚੋਂ ਹੀ ਮਿਲੂਗਾ। ਠੀਕ ਹੈ, 120 ਨੰਬਰਾਂ ਦਾ ਪੇਪਰ ਹੋਣਾ। 120 ਨੰਬਰਾਂ ਦੇ ਵਿੱਚੋਂ ਇੰਨੀ ਗਰੰਟੀ ਆਪਣੀ ਪਹਿਲਾਂ ਵੀ ਤੁਹਾਨੂੰ ਪਤਾ ਹੁੰਦਾ ਕਿ ਮੈਂ ਗਰੰਟੀ ਤੋਂ ਬਿਨਾਂ ਕਦੇ ਕੋਈ ਗੱਲ ਨਹੀਂ ਕਰਦਾ ਹੁੰਦਾ। ਐਕਸਪੀਰੀਅੰਸ ਲਾ ਲਓ, ਤਜਰਬਾ ਲਾ ਲਓ। ਠੀਕ ਹੈ, ਸਾਰਾ ਪਤਾ ਹੁੰਦਾ ਕਿ ਪੇਪਰ ਇਹਨੇ ਕਿੱਥੋਂ ਪਾਉਣਾ ਹੁੰਦਾ ਗਾ। ਓਕੇ, 120 ਦੇ ਵਿੱਚੋਂ 100+ MCQ ਤੁਹਾਨੂੰ ਮੇਰਾ ਕਰਵਾਇਆ ਹੋਇਆ ਪੇਪਰ ਦੇ ਵਿੱਚ ਮਿਲੂਗਾ। ਠੀਕ ਹੈ, 100+ MCQ ਤੁਹਾਡੇ ਨਾਲ ਵਾਅਦਾ ਮੇਰਾ। 100+ MCQ ਤੁਹਾਨੂੰ ਮਿਲੂਗਾ। ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੇ ਬੱਚੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੈਕਚਰ ਲਾਏ ਸੀ ਉਹਨਾਂ ਨੂੰ ਪਤਾ ਗਾ ਕਿ ਮੇਰਾ ਰਿਜ਼ਲਟ ਕੀ ਹੁੰਦਾ ਗਾ। ਠੀਕ ਹੈ, ਉਵੇਂ ਜਿਵੇਂ ਰਿਜ਼ਲਟ ਮਿਲੂਗਾ। ਮੈਥ ਦੀਆਂ ਕਲਾਸਾਂ ਮੈਂ ਤੁਹਾਨੂੰ ਇੰਨੇ ਵਧੀਆ ਢੰਗ ਨਾਲ ਕਰਵਾਊਂਗਾ ਨਾ, ਅਤੇ ਤੁਸੀਂ ਸਮਝ ਲਓ ਕਿ ਤੁਹਾਨੂੰ GK ਔਖੀ ਲੱਗਣ ਲੱਗ ਜੂਗੀ ਅਤੇ ਮੈਥ ਸੌਖਾ ਲੱਗਿਆ ਕਰੂਗਾ। ਠੀਕ ਹੈ, ਮੈਥ ਰੀਜ਼ਨਿੰਗ ਸਾਰੇ A to Z ਕਵਰ ਕਰੂੰਗਾ। ਕੰਪਲੀਟ ਕੋਰਸ ਕਰਵਾਊਂਗਾ ਤੁਹਾਨੂੰ, ਬਿਲਕੁਲ ਕੰਪਲੀਟ ਪੇਪਰ ਤੱਕ। ਠੀਕ ਹੈ, ਬਸ ਪੇਪਰ ਦੀ ਜ਼ਿੰਮੇਵਾਰੀ ਮੈਂ ਲੈਣਾ। ਫਿਜ਼ੀਕਲ ਦੀ ਤੁਸੀਂ ਆਪਦੀ ਜ਼ਿੰਮੇਵਾਰੀ ਤੁਸੀਂ ਆਪ ਲਓ ਭਾਈ। ਠੀਕ ਹੈ, ਫਿਜ਼ੀਕਲ ਤੁਹਾਡੇ ਸਾਰੇ ਤੁਸੀਂ ਆਪ ਕੱਢਣਾ ਗਾ, ਅਤੇ ਜਿਹੜਾ ਟਰਾਇਲ ਹੈ ਰਿਟਨ ਪੇਪਰ ਹੈ ਇਹ ਮੈਂ ਕਢਵਾਊਂਗਾ ਤੁਹਾਡਾ। ਇਹ ਤੁਹਾਡੇ ਨਾਲ ਵਾਅਦਾ ਆਪਣਾ। ਠੀਕ ਹੈ, ਅਤੇ ਬਿਲਕੁਲ ਫ੍ਰੀ ਕੋਰਸ ਸ਼ੁਰੂ ਕਰ ਰਹੇ ਹਾਂ ਆਪਾਂ। ਠੀਕ ਹੈ, ਅਤੇ ਸਾਰੇ ਬੱਚਿਆਂ ਨੇ ਇਹਦੇ 'ਚ ਜੁਆਇਨ ਕਰਨਾ। ਪਹਿਲੀ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜੂਗਾ। ਠੀਕ ਹੈ, ਅਤੇ MCQ ਆਪਾਂ ਡਿਟੇਲ ਦੇ ਵਿੱਚ ਹੀ ਕਰਾਂਗੇ। ਦਿੱਲੀ ਨੂੰ ਭਾਰਤੀ ਰਾਜਧਾਨੀ ਕਿਸ ਸੰਸ਼ੋਧਨ ਦੇ ਅੰਤਰਗਤ ਘੋਸ਼ਿਤ ਕੀਤਾ ਗਿਆ ਸੀ। ਦਿੱਲੀ ਨੂੰ ਜਦੋਂ ਭਾਰਤੀ ਰਾਜਧਾਨੀ ਬਣਾਇਆ ਗਿਆ ਗਾ, ਸੰਸ਼ੋਧਨ ਦਾ ਮਤਲਬ ਕੀ ਹੁੰਦਾ ਬੱਚੋ? ਅਮੈਂਡਮੈਂਟ। ਅਮੈਂਡਮੈਂਟ ਦਾ ਮਤਲਬ ਹੁੰਦਾ ਕਿ ਬਦਲਾਵ। ਠੀਕ ਹੈ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਦਿਆ ਕਰੋ, ਸ਼ੇਅਰ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਕੀ ਗੱਲ ਕਹਿ ਰਹੇ ਨੇ? ਕਹਿੰਦੇ ਦਿੱਲੀ ਨੂੰ ਭਾਰਤੀ ਰਾਜਧਾਨੀ ਕਿਸ ਸੰਸ਼ੋਧਨ ਦੇ ਅੰਤਰਗਤ ਬਣਾਇਆ ਗਿਆ ਸੀ। ਤਾਂ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਹਿੰਦੇ 47ਵਾਂ ਅਮੈਂਡਮੈਂਟ, 50, 69 ਕਿ 75। ਤਾਂ ਜਿਹੜਾ ਭਾਈ ਦਿੱਲੀ ਨੂੰ ਭਾਰਤੀ ਰਾਜਧਾਨੀ ਬਣਾਇਆ ਗਿਆ ਸੀ, ਇਹ ਬਣਾਇਆ ਗਿਆ ਸੀ 69ਵਾਂ ਅਮੈਂਡਮੈਂਟ ਹੋਇਆ ਸੀ, ਉਹਦੇ ਤਹਿਤ ਬਣਾਇਆ ਗਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਪਹਿਲਾ ਪੁਆਇੰਟ ਤਾਂ ਇਹ ਬਣ ਗਿਆ। ਦੂਸਰਾ ਪੁਆਇੰਟ ਕੀ ਬਣਦਾ? ਦੂਸਰਾ ਪੁਆਇੰਟ ਇਹ ਬਣਦਾ ਕਿ ਭਾਰਤ ਨੂੰ ਦਿੱਲੀ ਰਾਜਧਾਨੀ ਬਣਾਇਆ ਕਦੋਂ ਗਿਆ ਸੀ, ਕਿਸ ਸਾਲ ਬਣਾਇਆ ਗਿਆ ਸੀ। ਤਾਂ ਜੋ ਕਿਸ ਸਾਲ ਦੀ ਗੱਲ ਆ ਗਈ, ਉਦੋਂ ਕਿਹੜਾ ਲੱਗਣਾ ਗਾ? ਉਦੋਂ ਦੱਸੋ, ਉਦੋਂ ਬਣੂਗਾ 1911। 1911 ਦੇ ਵਿੱਚ ਭਾਰਤੀ ਰਾਜਧਾਨੀ ਦਿੱਲੀ ਬਣਾ ਦਿੱਤੀ ਗਈ ਸੀ। ਇਹ ਗੱਲ ਯਾਦ ਰੱਖਣੀ ਹੈ। ਕਿਸ ਸਟੇਟ ਦਾ ਬਾਰਡਰ ਘਟਾਉਣ ਜਾਂ ਵਧਾਉਣ ਦੀ ਪਾਵਰ ਕਿਸੇ ਕੋਲ ਹੁੰਦੀ ਹੈ? ਦੇਖੋ, ਜਿਵੇਂ ਆਪਣਾ ਪੰਜਾਬ ਹੈ, ਪੰਜਾਬ ਦਾ ਏਰੀਆ ਆਪਾਂ ਵਧਾਉਣਾ ਹੈ ਜਾਂ ਪੰਜਾਬ ਦਾ ਏਰੀਆ ਘਟਾਉਣਾ ਹੈ, ਜਾਂ ਆਪਾਂ ਪੰਜਾਬ ਦੇ ਵਿੱਚ ਇੱਕ ਨਵਾਂ ਜ਼ਿਲ੍ਹਾ ਬਣਾਉਣਾ ਹੈ, ਜਾਂ ਸਟੇਟ ਦੇ ਵਿੱਚ ਕੋਈ ਨਵੀਂ ਸਟੇਟ ਬਣਾਉਣੀ ਹੈ। ਠੀਕ ਹੈ, ਜਿਵੇਂ ਹੁਣ ਪਹਿਲਾਂ ਉਹਨੂੰ ਆਪਣੀ ਜੰਮੂ ਕਸ਼ਮੀਰ ਸੀ ਜਿਹੜਾ, ਉਹ ਯੂਟੀ ਦੇ ਵਿੱਚ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਜਿਹੜੀਆਂ ਵੀ ਮਤਲਬ ਇਹ ਚੀਜ਼ਾਂ ਹੈਗੀਆਂ, ਕਿਸੇ ਨੂੰ ਯੂਟੀ ਦਾ ਦਰਜਾ ਦੇਣਾ, ਕਿਸੇ ਨੂੰ ਯੂਟੀ ਨੂੰ ਸਟੇਟ ਦਾ ਦਰਜਾ ਦੇਣਾ, ਇਹ ਸਾਰੇ ਕੰਮ ਜਿਹੜੇ ਕਰਦੀ ਹੈ, ਇਹ ਕੌਣ ਕਰਦੀ ਹੈ? ਕਹਿੰਦੇ ਸੰਸਦ ਕਰਦੀ ਹੈ, ਸੁਪਰੀਮ ਕੋਰਟ ਕਰਦੀ ਹੈ, ਗਵਰਨਰ ਕਰਦਾ, ਕਿ ਰਾਸ਼ਟਰਪਤੀ ਕਰਦਾ। ਦੇਖੋ, ਕਿਸੇ ਵੀ ਸਟੇਟ ਦਾ ਬਾਰਡਰ ਘਟਾਉਣਾ ਹੈ, ਵਧਾਉਣਾ ਹੈ, ਕਿਸੇ ਦਾ ਨਾਮ ਚੇਂਜ ਕਰਨਾ ਹੈ ਸਟੇਟ ਦਾ, ਕਿਸੇ ਸਟੇਟ ਨੂੰ ਮਤਲਬ ਉਹਦੀ ਸੀਮਾ ਘਟਾਉਣੀ ਹੈ, ਉਹਦੀ ਵਧਾਉਣੀ ਹੈ, ਇਹ ਸਾਰੇ ਕੰਮ ਜਿਹੜੇ ਹੁੰਦੇ ਆ ਇਹ ਕਰਦੀ ਆ ਸੰਸਦ। ਠੀਕ ਹੈ, ਸੰਸਦ ਦੇ ਵਿੱਚ ਬਿੱਲ ਪਾਸ ਕੀਤਾ ਜਾਂਦਾ ਗਾ। ਠੀਕ ਹੈ, ਸੰਸਦ ਸ਼ਬਦ ਕਿਹਤੋਂ ਬਣਿਆ ਗਾ? ਪਾਰਲੀਮੈਂਟ ਸ਼ਬਦ ਤੋਂ ਬਣਿਆ। ਅਤੇ ਪਾਰਲੀਮੈਂਟ ਦਾ ਮਤਲਬ ਕੀ ਹੈ? ਪਾਰਲਰ। ਪਾਰਲਰ ਦਾ ਕੀ ਮਤਲਬ ਹੁੰਦਾ? ਗੱਲਬਾਤ ਕਰਨਾ। ਠੀਕ ਹੈ, ਅਤੇ ਪਾਰਲਰ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅੰਗਰੇਜ਼ੀ ਭਾਸ਼ਾ ਦਾ।
ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ, ਮੈਂ ਤੁਹਾਨੂੰ ਵੈਸੇ ਨਹੀਂ ਕਰਵਾ ਰਿਹਾ। ਪਾਰਲੀਮੈਂਟ ਸ਼ਬਦ ਕਿਤੋਂ ਲੈਤਾ ਗਿਆ? ਪਾਰਲਰ ਤੋਂ ਲੈਤਾ ਗਿਆ। ਪਾਰਲਰ ਦਾ ਕੀ ਮਤਲਬ ਹੈ? ਗੱਲਬਾਤ ਕਰਨਾ, ਗੱਲਬਾਤ ਕਰਨਾ। ਅਤੇ ਪਾਰਲਰ ਸ਼ਬਦ ਕਿਹੜੀ ਭਾਸ਼ਾ ਦਾ? ਅੰਗਰੇਜ਼ੀ ਭਾਸ਼ਾ ਦਾ। ਸੰਸਦ ਦੇ ਕੋਲ ਇਹ ਪਾਵਰ ਹੈ। ਸੰਸਦ ਦੇ ਵਿੱਚ ਕਿੰਨੇ ਭਾਗ ਹੁੰਦੇ ਆ? 2। ਕਿਹੜੇ ਕਿਹੜੇ? ਰਾਜ ਸਭਾ ਅਤੇ ਲੋਕ ਸਭਾ। ਠੀਕ ਹੈ, ਇਹ ਤੁਸੀਂ ਦੱਸੋ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਲੋਕ ਸਭਾ ਤਾਂ ਆਉਂਦੀ ਆਰਟੀਕਲ 81 ਦੇ ਵਿੱਚ, ਰਾਜ ਸਭਾ ਆਉਂਦੀ ਆਰਟੀਕਲ 80 ਦੇ ਵਿੱਚ, ਅਤੇ ਸੰਸਦ ਆਉਂਦੀ ਆਰਟੀਕਲ 79 ਦੇ ਵਿੱਚ। ਰਾਜ ਸਭਾ ਕਦੋਂ ਬਣਾਈ ਗਈ ਸੀ? ਰਾਜ ਸਭਾ ਸੀ ਜਿਹੜੀ ਕਹਿੰਦੇ ਕਦੋਂ ਸਟੈਬਲਿਸ਼ ਕੀਤੀ ਗਈ ਸੀ? ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਭਾਈ? 6 ਸਾਲ ਦਾ ਹੁੰਦਾ ਹੈ। ਅਤੇ ਰਾਜ ਸਭਾ ਨੂੰ ਕੋਈ ਵੀ ਬੰਦਾ ਭੰਗ ਨਹੀਂ ਕਰ ਸਕਦਾ। ਇਹਦਾ ਮੁਖੀ ਕੌਣ ਹੁੰਦਾ? ਉਪ ਰਾਸ਼ਟਰਪਤੀ ਇਹਦਾ ਮੁਖੀ ਹੁੰਦਾ। ਅਤੇ ਹਰੇਕ 2 ਸਾਲਾਂ ਬਾਅਦ ਇਹਦੇ 1/3 ਮੈਂਬਰ ਬਦਲੇ ਜਾਂਦੇ ਹਨ। ਓਕੇ, 2 ਸਾਲਾਂ ਬਾਅਦ ਇਹਦੇ 1/3 ਮੈਂਬਰ ਬਦਲੇ ਜਾਂਦੇ ਹਨ। ਇਹ ਗੱਲ ਯਾਦ ਰੱਖਣੀ ਹੈ। ਓਕੇ, ਅਤੇ ਇਹ ਕਹਿੰਦੇ ਰਾਜ ਸਭਾ ਬਣੀ ਕਦੋਂ ਸੀ? ਹਾਂ, ਇੱਕ ਰਾਜ ਸਭਾ ਨੂੰ ਕਿਹੜਾ ਹਾਊਸ ਕਹਿੰਦੇ ਆ? ਪਰਮਾਨੈਂਟ ਹਾਊਸ ਵੀ ਕਹਿ ਦਿੰਦੇ ਇਹਨੂੰ। ਕਿਹੜਾ ਹਾਊਸ? ਪਰਮਾਨੈਂਟ ਹਾਊਸ ਵੀ ਕਹਿ ਦਿੰਦੇ ਇਹਨੂੰ। ਅਤੇ ਇੱਕ ਇਹਨੂੰ ਹੋਰ ਕੀ ਕਹਿੰਦੇ? ਅਪਰ ਹਾਊਸ ਵੀ ਕਹਿ ਦਿੰਦੇ ਆ। ਠੀਕ ਹੈ, ਕਿੰਨੇ ਪ੍ਰਸ਼ਨ ਬਣ ਗਏ? ਕਾਰਜਕਾਲ ਹੋ ਗਿਆ, ਕੋਈ ਭੰਗ ਨਹੀਂ ਕਰ ਸਕਦਾ। ਉਪ ਰਾਸ਼ਟਰਪਤੀ ਦਾ ਚੇਅਰਮੈਨ ਹੁੰਦਾ। ਜਿਹੜੀ ਪਾਰਲੀਮੈਂਟ ਹੈ, ਪਰਮਾਨੈਂਟ ਹਾਊਸ ਅਤੇ ਅਪਰ ਹਾਊਸ, ਇਹ ਦੋਨੇ ਇਸ ਦੇ ਨਾਮ ਹੀ ਹੈਗੇ। ਠੀਕ ਹੈ, ਅਤੇ ਰਾਜ ਸਭਾ ਕਦੋਂ ਬਣਾਈ ਗਈ ਸੀ? 3 ਜੁਲਾਈ 56, 3 ਅਪ੍ਰੈਲ 1952, 10 ਜਨਵਰੀ 1948 ਕਿ 1 ਜੈਨ। ਤਾਂ ਇਹ ਬਣਾਈ ਗਈ ਸੀ ਭਾਈ ਆਪਣੀ B ਨੰਬਰ ਆਪਸ਼ਨ। 3 ਅਪ੍ਰੈਲ 1952 ਨੂੰ ਬਣਾਈ ਗਈ ਸੀ ਆਪਣੀ ਰਾਜ ਸਭਾ। ਠੀਕ ਹੈ ਜੀ। ਇੱਕ ਪ੍ਰਸ਼ਨ 'ਚ ਹੋਰ ਬਣਦਾ ਹੁੰਦਾ, ਉਹ ਪ੍ਰਸ਼ਨ ਕੀ ਬਣਦਾ ਹੁੰਦਾ ਕਿ ਰਾਜ ਸਭਾ ਦਾ ਜਿਹੜਾ ਪਹਿਲਾ ਸੀ, ਠੀਕ ਹੈ, ਪਹਿਲਾ ਮੁਖੀ ਜਿਹੜਾ ਬਣਾਇਆ ਸੀ ਰਾਜ ਸਭਾ ਦਾ, ਜਾਂ ਪਹਿਲਾ ਪ੍ਰਧਾਨ ਸੀ, ਉਹ ਕੌਣ ਸੀ? ਦੱਸੋ ਜੀ, ਕੌਣ ਸੀ ਰਾਜ ਸਭਾ ਦਾ ਪਹਿਲਾ ਪ੍ਰਧਾਨ? ਤੁਸੀਂ ਦੱਸਣਾ, ਇਹ ਤੁਹਾਡੇ ਵਾਸਤੇ ਇਹ ਆਨਸਰ। ਠੀਕ ਹੈ, ਇੱਕ ਗੱਲ ਹੋਰ, ਇਹਨੂੰ ਕੌਂਸਲ ਆਫ ਸਟੇਟ ਵੀ ਕਹਿ ਦਿੰਦੇ ਆ। ਠੀਕ ਹੈ, ਰਾਜ ਸਭਾ ਨੂੰ ਕੀ ਨਾਂ ਦੇ ਨਾਲ ਜਾਣਿਆ ਜਾਂਦਾ ਹੈਗਾ? ਇਹਨੂੰ ਕਿਹਾ ਜਾਂਦਾ ਹੈਗਾ ਕੌਂਸਲ ਆਫ ਸਟੇਟ, ਅਪਰ ਹਾਊਸ, ਪਰਮਾਨੈਂਟ ਹਾਊਸ। ਇੰਨੇ ਨਾਮ ਆਗੇ ਰਾਜ ਸਭਾ ਦੇ। ਕਿੱਥੋਂ ਵੀ ਪ੍ਰਸ਼ਨ ਬਣ ਸਕਦਾ। ਬਾਅਦ 'ਚ ਆਪਾਂ ਕੀ ਕਰਦੇ, ਆਪਾਂ ਇੱਕ ਬੁੱਕ ਜੀ ਲਿਆਉਂਦੇ ਹਾਂ ਦੁਕਾਨ ਤੋਂ। ਉਹ ਬੁੱਕ ਲਿਆ ਕੇ ਆਪਾਂ ਕਹਿੰਦੇ ਆ ਕਿ ਬਸ ਇਹ ਬੁੱਕ ਪੜ੍ਹ ਲਈ, ਬਸ ਇਹਦੇ 'ਚੋਂ ਪੇਪਰ ਆ ਜਾਊਗਾ। ਜਿਹੜੇ ਵਿੱਚ ਦੀਆਂ ਗੱਲਾਂ ਹੁੰਦੀਆਂ ਨਾ ਪੁੱਤਰੋ, ਉਹ ਸਮਝਣਾ ਬਹੁਤ ਜ਼ਰੂਰੀ ਹੁੰਦੀਆਂ ਹੈਗੀਆਂ। ਹੁਣ ਦੇਖੋ ਕਿੰਨੇ ਪ੍ਰਸ਼ਨ ਬਣ ਗਏ ਤੋਂ। ਕਾਰਜਕਾਲ ਤੁਹਾਨੂੰ ਦੱਸਤਾ। ਹੁਣ ਫਸਟ ਚੇਅਰਮੈਨ 'ਤੇ ਵੀ ਪ੍ਰਸ਼ਨ ਆ ਸਕਦਾ ਕਿ ਫਸਟ ਚੇਅਰਮੈਨ ਦੱਸੋ ਕੌਣ ਸੀ ਇਹਦਾ। ਅਤੇ ਜਿਹੜਾ ਦਾ ਫਸਟ ਚੇਅਰਮੈਨ ਸੀ ਭਾਈ ਰਾਜ ਸਭਾ ਦਾ, ਉਹ ਕੌਣ ਹੈਗਾ? ਉਹ ਹੈਗਾ ਡਾਕਟਰ S ਰਾਧਾ ਕ੍ਰਿਸ਼ਨ। ਠੀਕ ਹੈ, ਪੇਪਰ ਇਹ FC ਦਾ ਸੈਂਟਰ ਨੇ ਲੈਣਾ ਪੇਪਰ। ਇਹ 'ਚ ਆਪਾਂ ਇਹ ਨਹੀਂ ਹੈਗਾ ਕਿ ਇੱਕ ਪ੍ਰਸ਼ਨ ਕਰਕੇ ਬਸ ਲੰਘ ਗਏ, ਪੋਸਟਮਾਸਟਮ ਕਰਨਾ ਪਊ ਹਰੇਕ ਪ੍ਰਸ਼ਨ ਦਾ। ਇੱਕ ਪ੍ਰਸ਼ਨ ਤਾਂ ਇਹ ਬਣ ਗਿਆ। ਦੂਜਾ ਚੱਲੇ ਇਹਦਾ ਮੰਨ ਲਿਆ, ਦੱਸਤਾ ਉਹਨਾਂ ਨੇ ਕਿ ਫਸਟ ਚੇਅਰਮੈਨ ਕਿਹੜਾ ਸੀ। ਜੇ ਉਹਨੇ ਪੁੱਛ ਲਿਆ ਕਿ ਇਹਦਾ ਡਿਪਟੀ ਚੇਅਰਮੈਨ ਦੱਸੋ ਕਿਹੜਾ ਸੀ ਰਾਜ ਸਭਾ ਦਾ, ਦੱਸੋ ਜੀ ਫਸਟ ਡਿਪਟੀ ਚੇਅਰਮੈਨ ਕਿਹੜਾ ਸੀ, ਉੱਥੇ ਜਾ ਕੇ ਪੰਗਾ ਉੜੂਗਾ। ਅਤੇ ਜਿਹੜਾ ਡਿਪਟੀ ਚੇਅਰਮੈਨ ਸੀ ਭਾਈ, ਉਹ ਹੈਗਾ ਸੀ ਆਪਣਾ ਸ਼੍ਰੀ SV ਕ੍ਰਿਸ਼ਨਾ ਮੂਰਤੀ। ਠੀਕ ਹੈ, ਇਹ ਸੀ ਇਹਦਾ ਪਹਿਲਾ। ਅਤੇ ਇਹ ਕਦੋਂ ਬਣਿਆ ਸੀ? ਇਹ ਬਣਿਆ ਸੀ 31/5/1952 ਦੇ ਵਿੱਚ। ਠੀਕ ਹੈ, 1952 ਦੇ ਵਿੱਚ ਹੀ ਬਣਿਆ ਸੀ। ਤੁਹਾਨੂੰ ਦੱਸਿਆ ਕਿ 2 ਸਾਲਾਂ ਬਾਅਦ ਇਹਨਾਂ ਦੇ ਮੈਂਬਰ ਰਿਟਾਇਰ ਹੋ ਜਾਂਦੇ ਆ। ਅਤੇ ਟੋਟਲ ਕਿੰਨੀਆਂ ਸੀਟਾਂ ਆਪਣੇ ਰਾਜ ਸਭਾ ਦੀਆਂ? 250 ਸੀਟਾਂ ਆਪਣੇ ਰਾਜ ਸਭਾ ਦੀਆਂ। ਉਹਦੇ ਵਿੱਚੋਂ 238 ਤਾਂ ਵੈਸੇ ਇਲੈਕਟਡ ਹੁੰਦੇ ਆ, ਅਤੇ ਇਹਦੇ ਵਿੱਚੋਂ 12 ਜਿਹੜੇ ਹੁੰਦੇ, ਇਹਨਾਂ ਨੂੰ ਕੌਣ ਨੋਮੀਨੇਟ ਕਰਦਾ ਗਾ? ਰਾਸ਼ਟਰਪਤੀ ਨੋਮੀਨੇਟ ਕਰਦਾ ਰਾਜ ਸਭਾ ਦੇ ਵਿੱਚੋਂ 12 ਬੰਦਿਆਂ ਨੂੰ। ਅਤੇ 12 ਬੰਦੇ ਕਿਸੇ ਵਿਸ਼ੇ, ਕਿਸੇ ਕਲਾ, ਕਿਸੇ ਕਿੱਤੇ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਮਾਹਿਰ ਹੋਣੇ ਚਾਹੀਦੇ ਹੈ। ਠੀਕ ਹੈ, ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਇੱਕ ਪ੍ਰਸ਼ਨ ਹੋਰ ਆ ਸਕਦਾ ਹੈਗਾ। ਉਹ ਪ੍ਰਸ਼ਨ ਕੀ ਆ ਸਕਦਾ ਗਾ? ਉਹ ਇਹ ਪੁੱਛ ਸਕਦੇ ਕਿ ਸਭ ਤੋਂ ਵੱਧ ਰਾਜ ਸਭਾ ਦੀਆਂ ਸੀਟਾਂ ਕਿਹਦੇ 'ਚ ਹੈ? ਸਭ ਤੋਂ ਵੱਧ ਰਾਜ ਸਭਾ ਦੀਆਂ ਸੀਟਾਂ ਕਿੱਥੇ ਹੈ? UP ਦੇ ਵਿੱਚ ਆ ਸਭ ਤੋਂ ਵੱਧ ਰਾਜ ਸਭਾ ਦੀਆਂ ਸੀਟਾਂ। ਅਤੇ ਕਿੰਨੀਆਂ ਇੱਥੇ ਰਾਜ ਸਭਾ ਦੀਆਂ ਸੀਟਾਂ? 31। ਓਕੇ ਜੀ, ਇਹ ਗੱਲ ਚੰਗੀ ਤਰ੍ਹਾਂ ਦੇ ਦਿਮਾਗ 'ਚ ਬਿਠਾ ਲਓ। ਅਤੇ ਪਰਮਾਨੈਂਟ ਬਾਡੀ ਹੈ, ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਤੀਆਂ A to Z। ਹੁਣ ਇਹਦੇ ਵਿੱਚੋਂ ਪ੍ਰਸ਼ਨ ਨਹੀਂ ਬਣੂਗਾ। ਜੇ ਹੁਣ ਪ੍ਰਸ਼ਨ ਪੁੱਛ ਸਕਦੇ ਆ ਤਾਂ ਹੁਣ ਇਹੀ ਬਣ ਸਕਦਾ ਪ੍ਰਸ਼ਨ ਕਿ ਰਾਜ ਸਭਾ ਦੇ ਵਿੱਚ ਸਭ ਤੋਂ ਵੱਧ ਮੈਂਬਰ ਕਿਹੜੀ ਪਾਰਟੀ ਦੇ ਹੈ? ਤਾਂ ਸਭ ਤੋਂ ਜਿੱਤੀ ਹੋਈ ਪਾਰਟੀ ਕਿਹੜੀ ਹੈ ਆਪਣੀ ਇਸ ਟਾਈਮ? ਜਿੱਤੀ ਹੋਈ ਪਾਰਟੀ ਕਿਹੜੀ ਹੈ? BJP। ਤਾਂ ਸਭ ਤੋਂ ਵੱਧ ਮੈਂਬਰ ਵੀ ਰਾਜ ਸਭਾ ਦੇ ਵਿੱਚ ਕਿਹਦੇ ਹੋਣਗੇ? BJP ਦੇ ਹੋਣਗੇ। ਜਿਹੜੇ ਹੁਣ ਟਾਈਮ ਕਹਿੰਦੇ ਹੁਣ ਚੇਅਰਮੈਨ ਕੌਣ ਹੈ ਰਾਜ ਸਭਾ ਦਾ? ਇਸ ਟਾਈਮ ਰਾਜ ਸਭਾ ਦਾ ਚੇਅਰਮੈਨ ਕੌਣ ਹੈ? ਇਸ ਟਾਈਮ ਹੈਗਾ ਮਿਸਟਰ ਵੈਂਕਈਆ ਨਾਇਡੂ। ਇਸ ਟਾਈਮ ਆਪਣੇ ਚੇਅਰਮੈਨ ਨੇ ਇਹ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ।
ਤੇ ਡਿਪਟੀ ਚੇਅਰਮੈਨ ਹਜੇ ਆਪਣਾ ਕੋਈ ਇਲੈਕਟਡ ਹੈ ਨਹੀਂ, ਤੁਸੀਂ ਬਸ ਇਹਨਾਂ ਨੂੰ ਮੰਨ ਸਕਦੇ ਹੋ। ਓਕੇ ਜੀ। ਤੇ ਵੈਸੇ ਜੇ ਇਹਨਾਂ ਨੇ ਲਾਇਆ ਵੀ ਹੋਇਆਗਾ ਤੇ ਨਾ ਤਾਂ ਵੈਸੇ ਇਹਨਾਂ ਦਾ ਜਾਰੀ ਚੱਲਦਾ ਗਾ, ਡਿਪਟੀ ਚੇਅਰਮੈਨ ਦਾ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿਸੇ ਨੂੰ ਰਾਜ ਸਭਾ ਦਾ, ਵੈਸੇ ਇੰਪੋਰਟੈਂਟ ਤਾਂ ਹੈ ਨਹੀਂ ਵੈਸੇ, ਤੁਸੀਂ ਸੋ ਦੱਸ ਦੇਣਾ ਹਰੀਵੰਸ਼ ਹੈ, ਸ੍ਰੀ ਹਰੀਵੰਸ਼। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤੇ ਚਲੋ ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਚੱਲਦੇ, ਚਲੋ ਬਹੁਤ ਹੋ ਗਿਆ। ਯੂਟੀ ਦੇ ਮੈਂਬਰਾਂ ਦੀ ਰਾਜ ਸਭਾ ਦੇ ਵਿੱਚ ਕਿੰਨੇ ਹੁੰਦੇ? ਯੂਟੀ ਦੇ ਕਹਿੰਦੇ ਯੂਟੀ ਦੇ ਮੈਂਬਰ ਰਾਜ ਸਭਾ ਦੇ ਵਿੱਚ ਹੁੰਦੇ ਆ ਕਿ ਨਹੀਂ ਹੁੰਦੇ, ਬਸ ਇਹ ਗੱਲ ਪੁੱਛੀ ਇਹਨਾਂ ਨੇ। ਯੈਸ, ਨੋ ਕਿ ਸਮ ਟਾਈਮ ਕਿ ਇਨ ਐਵਰੀ 2 ਸਾਲਾਂ ਬਾਅਦ। ਕਹਿੰਦੇ ਜਿਹੜੇ ਯੂਟੀ ਦੇ ਮੈਂਬਰ ਹੁੰਦੇ, ਯੂਟੀ ਕੀ ਹੁੰਦੀ ਹੈ? ਯੂਨੀਅਨ ਟੈਰੀਟੋਰੀ, ਜਿਹਨੂੰ ਆਪਾਂ ਕਹਿੰਦੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼, ਜਿਹਦੇ ਵਿੱਚ ਕੇਂਦਰ ਸਰਕਾਰ ਦੀ ਹੀ ਚੱਲਦੀ ਹੈ। ਤਾਂ ਕਿਹੜੀ ਸਟੇਟ ਹੈ ਜਿਹਦੇ ਵਿੱਚ ਰਾਜ ਸਭਾ ਦੇ ਮੈਂਬਰ ਚੁਣੇ ਆ? 2 ਹੀ ਆਪਣੇ, ਇੱਕ ਤਾਂ ਹੈਗੀ ਦਿੱਲੀ, ਇੱਕ ਹੈਗੀ ਪਾਂਡੂਚੇਰੀ। ਇਹ 2 ਸਟੇਟਾਂ ਦੇ ਮੈਂਬਰ ਹੀ ਜਿਹੜੇ ਰਾਜ ਸਭਾ ਦੇ ਵਿੱਚ ਚੁਣੇ ਜਾਂਦੇ, ਦੋ ਹੀ ਯੂਟੀਆਂ ਜਿਹ 'ਚ ਵੋਟਾਂ ਪੈਂਦੀਆਂ ਹੈਗੀਆਂ। ਠੀਕ ਹੈ, ਇਹ ਤਾਂ ਇਹਦਾ ਮਤਲਬ ਆਜੂ ਜੈਸ ਰਾਜ ਸਭਾ ਦੇ ਵਿੱਚ ਮੈਂਬਰ ਹੁੰਦੇ ਆ। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਚੰਗੀ ਤਰ੍ਹਾਂ। ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਲਈ ਕਿਹੜੀਆਂ ਸ਼ਰਤਾਂ ਲਾਜ਼ਮੀ ਹਨ? ਜੰਮੂ ਕਸ਼ਮੀਰ ਦੇ ਵਿੱਚ ਆਪਾਂ ਨਾਗਰਿਕਤਾ ਲੈਣੀ, ਇਹਦੇ ਵਾਸਤੇ ਕਿਹੜੀਆਂ ਸ਼ਰਤਾਂ ਲਾਜ਼ਮੀ ਹੈ? ਕੀ ਚਾਹੀਦਾ ਆਪਾਂ ਨੂੰ ਜੰਮੂ ਕਸ਼ਮੀਰ ਦਾ ਨਾਗਰਿਕ ਬਣਨ ਵਾਸਤੇ? ਉੱਥੇ ਰਹਿਣ ਵਾਸਤੇ ਆਪਾਂ ਨੂੰ 20 ਸਾਲ ਰਹਿਣਾ ਪਊਗਾ, ਉੱਥੇ ਆਪਾਂ ਨੂੰ 3 ਸਾਲ ਰਹਿਣਾ ਪਊ, 15 ਸਾਲ ਜਾਂ 7 ਸਾਲ ਕਿ 10 ਸਾਲ? ਇਹ ਪ੍ਰਸ਼ਨ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ ਭਾਈ ਮੈਂ ਜੰਮੂ ਕਸ਼ਮੀਰ ਵਾਲਾ। ਠੀਕ ਹੈ, ਤੇ ਇਹ ਜਿਹੜਾ ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਤਾਂ ਇਹਦੇ ਵਿੱਚ ਕੀ ਕਰਵਾਇਆ ਹੋਇਆ ਸੀ? ਇਹ 'ਚ ਆਨਸਰ ਆਊਗਾ ਸੀ ਨੰਬਰ ਆਪਸ਼ਨ। ਉਹ ਪ੍ਰਸ਼ਨ 'ਤੇ ਡਿਪੈਂਡ ਕਰਦਾ ਹੈਗਾ ਕਿ ਪ੍ਰਸ਼ਨ ਕਿਵੇਂ ਪੁੱਛਦਾ ਹੈ ਕਿ ਜੰਮੂ ਕਸ਼ਮੀਰ ਦਾ ਨਾਗਰਿਕ ਬਣਨ ਵਾਸਤੇ ਆਪਾਂ ਨੂੰ 15 ਸਾਲ, ਜੇ ਤਾਂ ਆਪਾਂ ਉੱਥੋਂ 10ਵੀਂ ਕਲਾਸ ਕੀਤੀ ਹੈ, ਜੇ ਤਾਂ ਆਪਾਂ 10ਵੀਂ ਕਲਾਸ ਜੰਮੂ ਕਸ਼ਮੀਰ ਤੋਂ ਹੀ ਕੀਤੀ ਹੈ, ਫਿਰ ਤਾਂ ਆਪਾਂ ਨੂੰ ਉੱਥੋਂ ਦਾ ਵਸਨੀਕ ਬਣਨ ਵਾਸਤੇ 7 ਸਾਲ ਹੋਰ ਰਹਿਣਾ ਪਊਗਾ ਉੱਥੇ। ਠੀਕ ਹੈ, ਜੇ ਆਪਾਂ ਅੱਜ ਜਾ ਕੇ ਰਹਿੰਦੇ ਹਾਂ ਉੱਥੇ, ਫਿਰ ਆਪਾਂ ਨੂੰ 15 ਸਾਲ ਰਹਿਣਾ ਪਊਗਾ, ਫਿਰ ਜਾ ਕੇ ਕਿਤੇ ਆਪਾਂ ਉੱਥੋਂ ਦੇ ਕੀ ਬਣਾਂਗੇ? ਦੱਸੋ ਭਾਈ, ਕੀ ਬਣਾਂਗੇ ਫਿਰ ਜਾ ਕੇ ਉੱਥੋਂ ਦੇ? ਆਪਾਂ ਨਾਗਰਿਕ ਬਣ ਜਾਵਾਂਗੇ। ਇਹ ਗੱਲ ਯਾਦ ਰੱਖਣੀ ਹੈ ਪੁੱਤਰੋ। ਠੀਕ ਹੈ ਜੀ। ਅਤੇ ਇਹਦੇ ਵਿੱਚ ਬਸ ਮੇਨ ਚੀਜ਼ ਤਾਂ ਇਹੀ ਹੈਗੀ ਜੰਮੂ ਕਸ਼ਮੀਰ ਦੀ, ਹੋਰ ਕੋਈ ਇਹਦੇ ਵਿੱਚ ਕੋਈ ਹੈ ਨਹੀਂ। ਬਸ 370 ਆਰਟੀਕਲ ਸੀ ਜਿਹੜਾ ਉਹ ਇਹਨਾਂ ਨੇ ਖ਼ਤਮ ਕਰਤਾ ਸੀ, ਉਹ ਤੁਹਾਨੂੰ ਪਤਾ ਹੀ ਹੈਗਾ, ਜਿਹਦੇ ਕਰਕੇ ਆਪਣੇ ਲੋਕ ਵੀ ਉੱਥੋਂ ਜ਼ਮੀਨ ਜਾਂ ਹੋਰ ਚੀਜ਼ਾਂ ਖਰੀਦ ਸਕਦੇ ਆ। ਅਤੇ ਇੱਥੇ ਲੈਫਟੀਨੈਂਟ ਗਵਰਨਰ ਬਣਦਾ ਹੁੰਦਾ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਚਲੋ ਚੱਲਦੇ ਹਾਂ ਹੁਣ ਆਪਾਂ ਅੱਗੇ। ਹਾਂ, ਇੱਕ ਪ੍ਰਸ਼ਨ 'ਚ ਐਂ ਜ਼ਰੂਰ ਪੁੱਛ ਸਕਦੇ ਆ ਕਿ ਜਿਹੜਾ ਇਹਦਾ ਪਹਿਲਾ ਜਦੋਂ ਇਹ ਯੂਟੀ ਬਣਾਈ ਸੀ, ਜੰਮੂ ਕਸ਼ਮੀਰ ਯੂਟੀ ਬਣਾਈ ਸੀ, ਇਹਦਾ ਪਹਿਲਾ ਲੈਫਟੀਨੈਂਟ ਗਵਰਨਰ ਕੌਣ ਸੀ? ਤਾਂ ਇਹਦਾ ਪਹਿਲਾ ਜਿਹੜਾ ਲੈਫਟੀਨੈਂਟ ਗਵਰਨਰ ਸੀ, ਜਿਹੜਾ ਪਹਿਲੀ ਵਾਰ ਬਣਿਆ ਸੀ 370 ਹਟਾਉਣ ਤੋਂ ਬਾਅਦ, ਗਿਰੀਸ਼ ਚੰਦਰਾ ਮੁਰਮੂ। ਪੁੱਛ ਸਕਦੇ ਕਿ ਇਹਦਾ ਪਹਿਲਾ ਲੈਫਟੀਨੈਂਟ ਗਵਰਨਰ ਕੌਣ ਸੀ ਜੰਮੂ ਕਸ਼ਮੀਰ ਦਾ? ਇਹ 31 ਅਕਤੂਬਰ 2019 ਦੇ ਵਿੱਚ ਬਣਿਆ ਸੀ। ਅਤੇ ਜੇ ਪੁੱਛ ਲਿਆ ਅੱਜ ਦੇ ਟਾਈਮ ਦੇ ਵਿੱਚ ਕੌਣ? ਅੱਜ ਦੇ ਟਾਈਮ ਦੇ ਵਿੱਚ ਹੈਗਾ ਮਨੋਜ ਸਿਨਹਾ। ਇਹ 7 ਅਗਸਤ 2020 ਨੂੰ ਬਣਾਇਆ ਗਿਆ ਸੀ। ਇਹ ਗੱਲ ਤੁਸੀਂ ਯਾਦ ਰੱਖਣੀ। ਅਤੇ ਲੈਫਟੀਨੈਂਟ ਦਾ ਕਾਰਜਕਾਲ ਕਿੰਨਾ ਹੁੰਦਾ ਗਾ? 5 ਸਾਲ ਦਾ ਹੁੰਦਾ। ਇਹ ਗੱਲ ਵੀ ਯਾਦ ਰੱਖਣੀ। ਜਿਹੜਾ ਲੈਫਟੀਨੈਂਟ ਗਵਰਨਰ ਹੁੰਦਾ ਇਹਦਾ ਕਾਰਜਕਾਲ ਵੀ 5 ਸਾਲ ਦਾ ਹੁੰਦਾ। ਜੇ ਤਾਂ ਪੁੱਛਿਆ ਉਹਨਾਂ ਨੇ ਕਿ ਜੇ ਆਪਾਂ ਉੱਥੋਂ 10ਵੀਂ ਕਲਾਸ ਕੀਤੀ ਫਿਰ ਆਪਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਕਿੰਨਾ ਸਾਲ ਰਹਿਣਾ ਪਊਗਾ? 7 ਸਾਲ, ਵੈਸੇ 15 ਸਾਲ। ਉਹ ਕਿਹੜੀ ਰਿਟ ਹੈ ਜਿਸ ਵਿੱਚ ਗ੍ਰਿਫਤਾਰ ਕੀਤਾ ਹੋਇਆ ਮੁਲਜ਼ਮ 24 ਘੰਟੇ ਦੇ ਵਿੱਚ ਪੇਸ਼ ਕਰਨਾ ਹੁੰਦਾ? ਕਿਊ ਬਰਾਂਟੋ। ਕਿਊ ਬਰਾਂਟੋ ਦੇ ਵਿੱਚ ਤਾਂ ਆ ਨਹੀਂ ਸਕਦੀ। ਕਿਊ ਬਰਾਂਟੋ ਤਾਂ ਉਦੋਂ ਵਰਤੀ ਜਾਂਦੀ ਹੈ ਕਿ ਜਦੋਂ ਉਹ ਬੰਦਾ ਬੈਠਾ ਗੱਦੀ 'ਤੇ, ਸੀਟ 'ਤੇ ਬੈਠਾ, ਜਿਹੜਾ ਕਿ ਉਹ ਸੀਟ ਦਾ ਹੱਕਦਾਰ ਹੈ ਨਹੀਂ, ਤਾਂ ਉਦੋਂ ਕਿਊ ਬਰਾਂਟੋ ਕਰੀ ਜਾਂਦੀ ਹੈ। ਤਾਂ ਇਹਨਾਂ ਨਾਲ ਕੋਈ ਸੰਬੰਧ ਨਹੀਂ। ਮੈਂਡਾਮਸ। ਮੈਂਡਾਮਸ ਉਹ ਹੁੰਦੀ ਹੈ ਕਿ ਸਮਝ ਲਓ ਕੋਈ ਬੰਦਾ ਸਰਕਾਰੀ ਅਹੁਦੇ 'ਤੇ ਬੈਠਾ ਹੈਗਾ, ਉਹ ਕਿਸੇ ਜਿਹੜਾ ਬੰਦਾ ਸਹੀ ਹੈ ਉਹਦੀ ਗੱਲਬਾਤ ਨਹੀਂ ਸੁਣ ਰਿਹਾ, ਆਪਦੇ ਮਨ ਦੀ ਕਰ ਰਿਹਾ ਸਰਕਾਰੀ ਪਦ 'ਤੇ ਬਹਿ ਕੇ, ਤਾਂ ਉਦੋਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਰਿਟ ਜਾਰੀ ਕਰਦਾ, ਉਹਨੂੰ ਕਹਿੰਦੇ ਆਪਾਂ ਮੈਂਡਾਮਸ। ਠੀਕ ਹੈ। ਰਿਟ ਆਫ ਸਰਟੇਰੀ ਇਹ ਕਾਹਦੇ 'ਚ ਆ ਜਾਂਦੀ ਆ? ਇਹਦੇ ਵਿੱਚ ਇਹ ਹੈ ਕਿ ਕੰਮ ਤਾਂ ਹੈਗਾ ਸੁਪਰੀਮ ਕੋਰਟ ਦਾ, ਪੰਗੇ ਉੱਥੇ ਲਈ ਜਾਂਦੀ ਹੈ ਹਾਈ ਕੋਰਟ, ਤਾਂ ਉਦੋਂ ਇਹ ਰਿਟ ਸੁਪਰੀਮ ਕੋਰਟ ਜਾਰੀ ਕਰਦਾ ਹਾਈ ਕੋਰਟ ਨੂੰ। ਤਾਂ ਜਿਹੜੀ 24 ਘੰਟੇ ਦੇ ਵਿੱਚ ਪੇਸ਼ ਕਰਨਾ ਹੁੰਦਾ ਉਹ ਹੈਗੀ ਆਪਣੀ ਹੈਵਿਸ ਕਾਰਪਸ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਰਿਟਾਂ ਦੋਨੇ ਜਾਰੀ ਕਰ ਸਕਦੀਆਂ, ਹਾਈ ਕੋਰਟ ਵੀ ਰਿਟ ਜਾਰੀ ਕਰ ਸਕਦੀ ਹੈ ਅਤੇ ਸੁਪਰੀਮ ਕੋਰਟ ਵੀ ਰਿਟ ਜਾਰੀ ਕਰ ਸਕਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਦੋਨੇ ਜਾਰੀ ਕਰ ਸਕਦੇ ਹੈ। ਕਿਹੜੇ ਆਰਟੀਕਲ ਦੇ ਅਨੁਸਾਰ? ਆਰਟੀਕਲ 32 ਦੇ ਤਹਿਤ ਰਿਟਾਂ ਜਾਰੀ ਕਰ ਸਕਦੇ ਇਹ ਗੱਲ ਯਾਦ ਰੱਖਣੀ ਹੈ। ਆਰਟੀਕਲ 32 ਹੈ ਜਿਹੜਾ, ਇਸ ਨੂੰ ਹੀ ਹਾਰਟ ਆਫ ਸੋਇਲ ਕਿਹਾ ਜਾਂਦਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਆਰਟੀਕਲ 280 ਕਿਸ ਨਾਲ ਸੰਬੰਧਿਤ ਹੈ? ਇਲੈਕਸ਼ਨ ਕਮਿਸ਼ਨ ਨਾਲ। ਇਲੈਕਸ਼ਨ ਕਮਿਸ਼ਨ ਨਾਲ ਸੰਬੰਧਿਤ ਹੋ ਨਹੀਂ ਸਕਦਾ। ਇਲੈਕਸ਼ਨ ਕਮਿਸ਼ਨ ਤਾਂ ਆਪਣਾ ਹੁੰਦਾ ਹੈਗਾ 324 ਦੇ ਵਿੱਚ। ਅਤੇ ਇਲੈਕਸ਼ਨ ਕਮਿਸ਼ਨ ਦਾ ਕੀ ਕੰਮ ਹੁੰਦਾ ਹੈਗਾ? ਵੋਟਾਂ ਕਰਵਾਉਣੀਆਂ। ਵੋਟਾਂ ਵੇਲੇ ਜਿਹੜੀਆਂ ਵੱਡੇ ਪੱਧਰ 'ਤੇ ਵੋਟਾਂ ਪੈਂਦੀਆਂ ਆਪਣੀ ਸਟੇਟ ਦੇ ਵਿੱਚ, ਤਾਂ ਉਹਨਾਂ ਦਾ ਜਿਹੜਾ ਸਾਰਾ ਕੰਮ ਆ ਉਹ ਕੌਣ ਸੰਭਾਲਦਾ ਹੈਗਾ? ਇਲੈਕਸ਼ਨ ਕਮਿਸ਼ਨ ਸੰਭਾਲਦਾ।
324 ਆਰਟੀਕਲ ਦੇ ਵਿੱਚ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿਹਦਾ ਕਰਕੇ ਬੰਦਾ IAS ਜਾਂ IPS ਸਿਲੈਕਟ ਹੁੰਦਾ ਹੈ, ਇਹ ਆਉਂਦਾ ਆਰਟੀਕਲ 315 ਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਣਾ ਭਾਈ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਕਿਹੜੇ ਆਰਟੀਕਲ 'ਚ ਆਉਂਦਾ? ਆਰਟੀਕਲ 76 ਦੇ ਵਿੱਚ ਆਉਂਦਾ ਅਟਾਰਨੀ ਜਨਰਲ ਆਫ ਇੰਡੀਆ। ਇਹ ਗੱਲ ਵੀ ਯਾਦ ਰੱਖਣੀ ਹੈ। ਅਤੇ ਫਿਨਾਂਸ ਕਮਿਸ਼ਨ ਕਾਹਦੇ 'ਚ ਆ ਜਾਂਦਾ? ਆਰਟੀਕਲ 280 ਦੇ ਵਿੱਚ ਆਉਂਦਾ ਫਿਨਾਂਸ ਕਮਿਸ਼ਨ। ਤਾਂ ਇਹਦਾ ਆਨਸਰ ਹੈਗਾ ਭਾਈ D ਨੰਬਰ ਆਪਸ਼ਨ। ਠੀਕ ਹੈ, ਡਿਟੇਲ ਦੇ ਵਿੱਚ ਕਰਾਂਗੇ ਆਪਾਂ, ਕਿਉਂਕਿ ਫਿਰ ਰੋਜ਼ ਟਾਈਮ ਨਹੀਂ ਹੈਗਾ ਆਪਣੇ ਕੋਲ ਇਹ ਚੀਜ਼ਾਂ ਕਰਨ ਦਾ। ਕਿਸੇ ਸਟੇਟ ਅਤੇ ਰਾਜ ਦੇ ਵਿੱਚ ਝਗੜਾ ਹੁੰਦਾ ਹੈ, ਜਿਵੇਂ ਆਪਣਾ SYL ਦਾ ਮੁੱਦਾ ਚੱਲਦਾ ਹੁੰਦਾ। ਐਤਕੀ ਤਾਂ SYL ਆਇਆ ਨਹੀਂ। SYL ਦੀ ਫੁੱਲ ਫਾਰਮ ਹੈਗੀ ਸਤਲੁਜ ਜਮਨਾ ਲਿੰਕ। ਅੱਗੇ ਕੀ ਹੁੰਦਾ ਸੀ, ਜਦੋਂ ਵੀ ਵੋਟਾਂ ਹੀ ਆਉਂਦੀਆਂ ਹੁੰਦੀਆਂ ਸੀ, ਉਦੋਂ ਕੀ ਹੁੰਦਾ ਸੀ, ਇਹ ਸਰਕਾਰ ਲਿਆਉਂਦੀ ਭਾਈ, ਇਹਨੂੰ ਮੁੱਦੇ ਨੂੰ ਚੱਕ ਲੈਂਦੀ ਸੀ। ਉਹ SYL ਜਿਹੜੀ ਨਹਿਰ ਹੈ ਯਾਰ, ਉਹਦਾ ਪਈਆ ਖਾਲੀ ਹੈ। ਉੱਧਰੋਂ ਆ ਕੇ ਸੁੱਖੇ ਵਰਗੇ ਅਤੇ ਕੈਪਟਨ ਹੋਰੀ ਆ ਕੇ ਕਹਿ ਦਿੰਦੇ ਸੀ ਕਿ ਅਸੀਂ ਪਾਣੀ ਨਹੀਂ ਲੰਘਣ ਦਿੰਦੇ SYL ਦੇ ਵਿੱਚ, ਕਿਉਂਕਿ SYL ਤਾਂ ਉੱਧਰੋਂ ਪਹਿਲੀ ਖਾਲੀ ਪਈ ਹੈ, ਉਹਦੇ 'ਚ ਤੁਸੀਂ ਪਾਣੀ ਕੱਢ ਕੇ ਕੀ ਕਰੋਗੇ? ਬੈਠੇ ਬੈਠੇ ਹੀ ਕਹਿ ਦਿੰਦੇ ਸੀ। ਆਹ ਕੰਮ ਹੈ ਇਹਨਾਂ ਦੇ। ਠੀਕ ਹੈ, ਤਾਂ ਜਿਹਨੂੰ ਸਟੇਟ ਅਤੇ ਰਾਜ, ਸਟੇਟ ਨਹੀਂ ਲਿਖਣਾ ਸੀ ਇੱਥੇ, ਕੇਂਦਰ ਲਿਖਣਾ ਸੀ। ਜੋ ਕੇਂਦਰ ਅਤੇ ਰਾਜ ਦੇ ਵਿਚਕਾਰ ਝਗੜਾ ਹੁੰਦਾ, ਜਿਸ ਨੂੰ ਹੱਲ ਕੌਣ ਕਰਦਾ ਗਾ? ਤਾਂ ਜਦੋਂ ਕੋਈ ਵੀ ਇਹ ਝਗੜਾ ਹੁੰਦਾ ਭਾਈ, ਉਹਨੂੰ ਹੱਲ ਕਹਿੰਦੇ ਹਾਈ ਕੋਰਟ ਕਰਦੀ ਹੈ, ਸੁਪਰੀਮ ਕੋਰਟ ਕਰਦੀ ਹੈ, ਪ੍ਰੈਜ਼ੀਡੈਂਟ ਕਰਦਾ ਕਿ ਕੈਗ ਕਰਦਾ? ਦੇਖੋ, ਸਭ ਤੋਂ ਪਹਿਲਾਂ ਆਪਾਂ ਕੈਗ ਦੀ ਗੱਲ ਕਰਦੇ ਹਾਂ। ਪਹਿਲਾਂ ਇਹਦਾ ਆਨਸਰ ਦੇਖ ਲਓ। ਆਨਸਰ ਹੈਗਾ ਇਹਦਾ ਸੁਪਰੀਮ ਕੋਰਟ। ਠੀਕ ਹੈ, ਜੇਕਰ ਕੋਈ ਵੀ ਮਾਮਲਾ ਆਉਂਦਾ ਗਾ, ਠੀਕ ਹੈ ਜੀ, ਕੋਈ ਵੀ ਮਾਮਲਾ ਆਉਂਦਾ ਗਾ, ਉਹਨੂੰ ਕੌਣ ਹੱਲ ਕਰੂਗੀ? ਸੁਪਰੀਮ ਕੋਰਟ ਉਹਨੂੰ ਹੱਲ ਕਰੂਗੀ, ਜੇਕਰ ਕੋਈ ਵੀ ਮਾਮਲਾ ਆਉਂਦਾ। ਅਤੇ ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਭਾਈ? ਬਹੁਤ ਵਾਰੀ ਕਰਵਾਤਾ ਤੁਹਾਨੂੰ ਇਹ ਮੈਂ। ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਸੁਪਰੀਮ ਕੋਰਟ ਆਉਂਦੀ ਹੈ ਆਰਟੀਕਲ 124 ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਹਾਈ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, ਇਹ ਵੀ ਦੱਸੋ। ਹਾਈ ਕੋਰਟ ਆਉਂਦੀ ਹੈ ਆਰਟੀਕਲ 214 ਦੇ ਵਿੱਚ। ਠੀਕ ਹੈ, ਅਤੇ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਵਿੱਚ ਕਿਹਾ ਹੈਗਾ? ਆਰਟੀਕਲ 52 ਦੇ ਵਿੱਚ ਕਿਹਾ ਹੈਗਾ ਕਿ ਭਾਰਤ ਦਾ ਇੱਕ ਪ੍ਰੈਜ਼ੀਡੈਂਟ ਹੋਊਗਾ। ਅਤੇ ਕੈਗ ਦੀ ਫੁੱਲ ਫਾਰਮ ਹੈਗੀ ਆ ਕੰਟਰੋਲਰ ਐਡੀਟਰ ਆਫ ਜਰਨਲ। ਠੀਕ ਹੈ, ਅਤੇ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਇਹ ਆਉਂਦਾ ਆਰਟੀਕਲ 148 ਦੇ ਵਿੱਚ। ਪੁੱਛਿਆ ਜਾ ਸਕਦਾ ਹੈ। ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਆ? ਫਸਟ ਲਾ ਕਮਿਸ਼ਨ ਕਿਸ ਨੂੰ ਕਿਹਾ ਜਾਂਦਾ? ਤੁਸੀਂ ਦੱਸੋ। ਇਹ ਹੁਣ ਤੁਸੀਂ ਦੱਸੋ, ਫਸਟ ਲਾ ਕਮਿਸ਼ਨਰ ਕਿਸ ਨੂੰ ਕਿਹਾ ਜਾਂਦਾ ਗਾ? ਬਹੁਤ ਇੰਪੋਰਟੈਂਟ ਪ੍ਰਸ਼ਨ ਆ ਭਾਈ, ਦੱਸਣਾ ਪਊਗਾ ਤੁਹਾਨੂੰ। ਇਹ ਕਿਹਾ ਜਾਂਦਾ ਅਟਾਰਨੀ ਜਨਰਲ ਆਫ ਇੰਡੀਆ ਨੂੰ ਕਿਹਾ ਜਾਂਦਾ ਗਾ। ਠੀਕ ਹੈ, ਅਟਾਰਨੀ ਜਨਰਲ ਆਫ ਇੰਡੀਆ ਹੁੰਦਾ ਜਿਹੜਾ, ਅਟਾਰਨੀ ਜਨਰਲ ਆਫ ਇੰਡੀਆ, ਇਹਨੂੰ ਕਿਹਾ ਜਾਂਦਾ ਫਸਟ ਲਾ ਕਮਿਸ਼ਨ। ਬੱਚੇ ਇਹਦੇ 'ਚ ਬੜਾ ਉਲਝਦਾ ਕੈਗ ਤੇ ਇਹਦੇ ਵਿੱਚ, ਤਾਂ ਕਰਕੇ ਦੱਸਿਆ ਕਿ ਫਸਟ ਲਾ ਕਮਿਸ਼ਨ ਇਹਨੂੰ ਕਿਹਾ ਜਾਂਦਾ। ਅਤੇ ਸੈਕਿੰਡ ਲਾ ਕਮਿਸ਼ਨ ਕਿਹਨੂੰ ਕਿਹਾ ਜਾਂਦਾ ਹੈਗਾ? ਸੋਲੀਟਰ ਆਫ ਜਰਨਲ ਨੂੰ, ਇਹਨੂੰ ਸੈਕਿੰਡ ਲਾ ਕਮਿਸ਼ਨ ਕਿਹਾ ਜਾਂਦਾ। ਠੀਕ ਹੈ ਜੀ, ਕੈਗ ਤੇ ਇਹਨੂੰ ਮਿਕਸ ਨਾ ਕਰ ਦਿਓ ਭੁੱਲ ਕੇ ਵੀ ਕਿਤੇ। ਅਤੇ ਇਹਦਾ ਆਨਸਰ ਭਾਈ ਕੀ ਹੈਗਾ? ਸੁਪਰੀਮ ਕੋਰਟ ਹੈਗਾ। ਕੇਂਦਰ ਅਤੇ ਰਾਜ ਦੇ ਵਿੱਚ ਜੋ ਝਗੜਾ ਹੁੰਦਾ ਹੈ ਕਿਸੇ ਜੁਡੀਸ਼ਰੀ ਦੇ ਅੰਡਰ ਜਾਂਦਾ। ਕਿਹੜੀ ਰਿਟ ਦੇ ਅਧੀਨ ਜਾਂਦਾ ਇਹ? ਓਰੀਜਨਲ ਜੁਡੀਸ਼ਰੀ ਦੇ ਅੰਡਰ, ਅਪੀਲ ਜੁਡੀਸ਼ਰੀ ਦੇ ਅੰਡਰ, ਕਿ ਰਿਟ ਜੁਡੀਸ਼ਰੀ ਦੇ ਅੰਡਰ, ਕਿ ਐਡਵਾਈਜ਼ਰੀ ਜੁਡੀਸ਼ਰੀ ਦੇ ਅੰਡਰ? ਤਾਂ ਕੇਂਦਰ ਅਤੇ ਰਾਜ ਦਾ ਕੋਈ ਵੀ ਲੜਾਈ ਝਗੜਾ ਹੁੰਦਾ ਵੀ ਇਹ ਜਾਊਗਾ ਓਰੀਜਨਲ ਜੁਡੀਸ਼ਰੀ ਦੇ ਅੰਡਰ। ਇਹ ਗੱਲ ਯਾਦ ਰੱਖਣੀ ਹੈ। ਓਰੀਜਨਲ ਜੁਡੀਸ਼ਰੀ ਕਿਹੜੀ ਹੁੰਦੀ ਹੈ? ਓਰੀਜਨਲ ਜੁਡੀਸ਼ਰੀ ਉਹ ਜੁਡੀਸ਼ਰੀ ਹੁੰਦੀ ਹੈ ਜਿਹੜੇ ਮਾਮਲੇ ਸਿਰਫ ਅਤੇ ਸਿਰਫ ਇੰਡੀਆ ਦੇ ਵਿੱਚ ਪੂਰੇ ਹਾਈਲਾਈਟਡ ਨੇ, ਉਹ ਸਿਰਫ ਅਤੇ ਸਿਰਫ ਕਿੱਥੇ ਜਾਣਗੇ? ਓਰੀਜਨਲ ਜੁਡੀਸ਼ਰੀ ਦੇ ਅੰਡਰ ਜਾਣਗੇ, ਸੁਪਰੀਮ ਕੋਰਟ ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਪੀਲ ਜੁਡੀਸ਼ਰੀ ਕੀ ਹੁੰਦੀ ਹੈ? ਮੰਨ ਲਓ ਆਪਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਕੀਤਾ ਸੀ, ਉੱਥੋਂ ਆਪਾਂ ਹਾਰ ਗਏ। ਇਸ ਤੋਂ ਬਾਅਦ ਆਪਾਂ ਗਏ ਹਾਈ ਕੋਰਟ ਦੇ ਵਿੱਚ, ਉੱਥੋਂ ਵੀ ਹਾਰ ਗਏ। ਇਸ ਤੋਂ ਬਾਅਦ ਗਏ ਆਪਾਂ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦਾ ਫੈਸਲਾ ਹੀ ਅੰਤਿਮ ਫੈਸਲਾ ਹੁੰਦਾ ਗਾ। ਇਹ ਆਪਾਂ ਜਦੋਂ ਇੱਥੋਂ ਹਾਰ ਗਏ, ਆਪਾਂ ਕੀ ਕੀਤੀ? ਅਪੀਲ ਕੀਤੀ। ਫਿਰ ਆਪਾਂ ਜਦੋਂ ਹਾਈ ਕੋਰਟ 'ਚੋਂ ਹਾਰ ਗਏ, ਫਿਰ ਆਪਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ। ਇਹ ਜਿਹੜੇ ਅਪੀਲ ਦੇ ਤਹਿਤ ਫੈਸਲੇ ਜਾਂਦੇ ਅੱਗੇ ਉਹਨਾਂ ਨੂੰ ਅਪੀਲ ਜੁਡੀਸ਼ਰੀ ਕਹਿ ਦਿੰਦੇ ਆ। ਠੀਕ ਹੈ, ਰਿਟ ਜਿਹੜੇ ਫੈਸਲੇ ਰਿਟ ਦੁਆਰਾ ਸੁਣਾਏ ਜਾਂਦੇ ਆ ਉਹਨੂੰ ਆਪਾਂ ਕਹਿੰਦੇ ਰਿਟ ਜੁਡੀਸ਼ਰੀ। ਐਡਵਾਈਜ਼ਰੀ ਜੁਡੀਸ਼ਰੀ ਜਦੋਂ ਸੁਪਰੀਮ ਕੋਰਟ ਹਾਈ ਕੋਰਟ ਨੂੰ ਸਲਾਹ ਦੇ ਸਕਦੀ ਹੈ। ਠੀਕ ਹੈ, ਸੁਪਰੀਮ ਕੋਰਟ ਹੈ ਜਿਹੜੀ ਹਾਈ ਕੋਰਟ ਨੂੰ ਸਲਾਹ ਦੇ ਸਕਦੀ ਹੈ, ਕਾਹਦੇ ਅੰਦਰ? ਐਡਵਾਈਜ਼ਰੀ ਜੁਡੀਸ਼ਰੀ ਦੇ ਅੰਦਰ। ਅਤੇ ਜਿਹੜੀ ਹਾਈ ਕੋਰਟ ਹੈ ਉਹ ਡਿਸਟ੍ਰਿਕਟ ਕੋਰਟ ਨੂੰ ਸਲਾਹ ਦੇ ਸਕਦੇ ਕਾਹਦੇ ਅੰਦਰ? ਐਡਵਾਈਜ਼ਰੀ ਜੁਡੀਸ਼ਰੀ ਦੇ ਅੰਦਰ। ਅਤੇ ਜਿਹੜੇ ਮਾਮਲੇ ਭਾਈ ਵੱਡੇ ਪੱਧਰ 'ਤੇ, ਜਿਵੇਂ ਰਾਮ ਮੰਦਰ ਹੋ ਗਿਆ ਜਾਂ ਹੋਰ ਵੱਡੇ ਵੱਡੇ ਮਸਲੇ, ਖੇਤੀ ਕਾਨੂੰਨ ਹੋ ਗਏ, ਇਹ ਸਾਰੇ ਓਰੀਜਨਲ ਜੁਡੀਸ਼ਰੀ ਦੇ ਅੰਡਰ ਆ ਜਾਂਦੇ ਆ। ਠੀਕ ਹੈ, ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਇਨਵਾਇਰਮੈਂਟ, ਵਾਈਲਡ ਲਾਈਫ ਐਂਡ ਫੋਰੈਸਟ, ਇਹ ਕਿਸ ਆਰਟੀਕਲ ਦੇ ਵਿੱਚ ਆਉਂਦੇ ਹਨ? ਕਹਿੰਦੇ ਆਪਾਂ ਕੀ ਕਰਨਾ ਹੈ? ਪ੍ਰੋਟੈਕਸ਼ਨ ਕਰਨੀ ਹੈ। ਕਿਹਦੀ? ਆਪਣੇ ਵਾਤਾਵਰਨ ਨੂੰ ਬਚਾਉਣਾ ਹੈ, ਆਪਣੀ ਵਾਈਲਡ ਲਾਈਫ, ਆਪਣੇ ਜੰਗਲੀ ਜੀਵਨ, ਵਾਈਲਡ ਲਾਈਫ ਨੂੰ ਜੰਗਲੀ ਜੀਵਨ ਕਹਿ ਦਿੰਦੇ ਆ, ਅਤੇ ਜੰਗਲਾਂ ਨੂੰ ਬਚਾਉਣਾ ਗਾ। ਇਹ ਕਿਸ ਆਰਟੀਕਲ ਦੇ ਵਿੱਚ ਆਉਂਦੇ ਆ? ਦੇਖੋ, ਇਹ ਆਉਂਦੇ ਆ DPSP ਦੇ ਵਿੱਚ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਇਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ ਆ? 36 ਤੋਂ ਲੈ ਕੇ 51 ਦੇ ਵਿੱਚ।
ਠੀਕ ਹੈ। ਤਾਂ ਇਹ ਆਉਣਗੇ ਭਾਈ ਆਪਣੇ 46 48 ਏ 52 ਕਿ 49 ਏ। ਤਾਂ ਜਿਹੜੇ ਬੱਚਿਆਂ ਨੇ ਇਹਦਾ ਆਨਸਰ ਲਾਇਆ 49 ਏ ਤਾਂ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। DSP 36 ਲੈ ਕੇ 51 ਤੱਕ ਆਉਂਦੇ, ਇਹ ਗੱਲ ਵੀ ਯਾਦ ਰੱਖਣੀ ਹੈ। ਅਤੇ ਭਾਗ ਕਿਹੜਾ ਹੁੰਦਾ ਇਹਨਾਂ ਦਾ? ਭਾਗ ਇਹਨਾਂ ਦਾ ਹੁੰਦਾ ਚੌਥੇ ਭਾਗ ਦੇ ਵਿੱਚ ਆਉਂਦੇ ਆ। ਭਾਰਤੀ ਸੰਵਿਧਾਨ ਦੇ ਵਿੱਚ ਕੋਲ ਕਿੰਨੇ ਪੇਜ ਹਨ? ਜਿਹੜਾ ਭਾਰਤੀ ਸੰਵਿਧਾਨ ਦਾ ਕਿੰਨੇ ਪੇਜ ਆ ਉਹਦੇ ਵਿੱਚ? 78, 560, 345 ਕਿ 232? ਤਾਂ ਇਹਦੇ ਵਿੱਚ ਭਈ ਆਨਸਰ ਹੈਗਾ ਡੀ ਨੰਬਰ ਆਪਸ਼ਨ। ਤਾਂ 232 ਪੇਜ ਆਪਣੇ ਸੰਵਿਧਾਨ ਦੇ ਵਿੱਚ, ਜਿਹੜਾ ਸੰਵਿਧਾਨ ਬਣਿਆ ਹੋਇਆ ਆਪਣਾ। ਪੰਚਾਇਤੀ ਰਾਜ ਸਿਸਟਮ ਦੀ ਸਿਫਾਰਿਸ਼ ਕਿਸ ਕਮੇਟੀ ਦੁਆਰਾ ਕੀਤੀ ਗਈ ਕਿ ਆਪਣੇ ਪੰਚਾਇਤੀ ਰਾਜ ਸਿਸਟਮ ਹੋਣਾ ਚਾਹੀਦਾ ਭਾਈ? ਇਹ ਕਿਹਨੇ ਕਹੀ ਸੀ ਇਹ ਗੱਲ? ਕਿਰਨ ਸਿਲਵਾ ਕਮੇਟੀ ਨੇ, ਖੱਤਰ ਕਮੇਟੀ ਨੇ, ਡਰਾਫਟ ਕਮੇਟੀ ਨੇ ਕਿ ਬਲਵੰਤ ਰਾਏ ਮਹਿਤਾ ਕਮੇਟੀ ਨੇ? ਤਾਂ ਇਹ ਗੱਲ ਜਿਹੜੀ ਕਹੀ ਸੀ, ਇਹ ਕਹੀ ਸੀ ਭਾਈ ਆਪਣੇ ਡੀ ਨੰਬਰ ਆਪਸ਼ਨ ਨੇ, ਬਲਵੰਤ ਰਾਏ ਮਹਿਤਾ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਪੰਚਾਇਤੀ ਰਾਜ ਸਿਸਟਮ ਹੋਣਾ ਚਾਹੀਦਾ ਹੈਗਾ। ਦਾ ਪੇਰੈਂਟ ਆਫ ਸਟੇਟ, ਪੇਰੈਂਟ ਕਹਿੰਦੇ ਪੇਰੈਂਟਸ, ਆਪਾਂ ਕਹਿੰਦੇ ਪੇਰੈਂਟਸ ਪਿਤਾ। ਤਾਂ ਪੇਰੈਂਟ ਆਫ ਸਟੇਟ ਕਿਸ ਨੂੰ ਕਿਹਾ ਜਾਂਦਾ ਹੈਗਾ? ਸੀਐਮ ਨੂੰ ਆਪਾਂ ਕਹਿੰਦੇ ਚੀਫ ਮਿਨਿਸਟਰ, ਪ੍ਰੈਜ਼ੀਡੈਂਟ, ਚੀਫ ਜਸਟਿਸ ਆਫ ਹਾਈ ਕੋਰਟ ਜਾਂ ਸੁਪਰੀਮ ਕੋਰਟ, ਕੁਛ ਵੀ ਲਾ ਸਕਦੇ ਹੋ, ਜਾਂ ਗਵਰਨਰ। ਦੇਖੋ ਗਵਰਨਰ ਹੁੰਦਾ ਜਿਹੜਾ ਪਲੱਸ ਪ੍ਰੈਜ਼ੀਡੈਂਟ ਹੁੰਦਾ, ਇਹਨਾਂ ਦੋਨਾਂ ਦਾ ਭਾਈ ਸੇਮ ਕੰਮ ਹੁੰਦਾ ਹੈਗਾ। ਦੋਨਾਂ ਦਾ ਰੈਂਕ ਵੀ ਸੇਮ ਆ, ਦੋਨਾਂ ਦਾ ਕੰਮ ਵੀ ਸੇਮ ਹੈ, ਠੀਕ ਹੈ। ਬਸ ਇੱਕ ਇਹ ਫਾਇਦਾ ਕਿ ਰਾਸ਼ਟਰਪਤੀ ਆਪਦੀ ਮਰਜ਼ੀ ਦੇ ਨਾਲ ਗਵਰਨਰ ਨੂੰ ਹਟਾ ਸਕਦਾ ਹੈਗਾ ਜਦੋਂ ਇਹ ਜੀ ਕੀਤਾ। ਮਤਲਬ ਮੈਂ ਰਾਸ਼ਟਰਪਤੀ ਹਾਂ, ਮੈਂ ਕਿਸੇ ਵੀ ਸਟੇਟ ਦੇ ਗਵਰਨਰ ਨੂੰ ਆਪਦੀ ਮਰਜ਼ੀ ਨਾਲ ਕਿਤੋਂ ਵੀ ਹਟਾ ਸਕਦਾ। ਪਹਿਲਾ ਪੁਆਇੰਟ ਤਾਂ ਗਵਰਨਰ ਦਾ ਇਹ ਯਾਦ ਰੱਖਣਾ। ਦੂਸਰਾ ਪੁਆਇੰਟ ਗਵਰਨਰ ਦਾ ਕੀ ਯਾਦ ਰੱਖਣਾ ਕਿ ਗਵਰਨਰ ਜਿਹੜੀ ਸਟੇਟ ਦਾ ਨਾਗਰਿਕ ਹੋਊਗਾ ਜਾਂ ਕਿਹੜੀ ਸਟੇਟ ਦੇ ਵਿੱਚ ਉਹਦੀ ਵੋਟ ਬਣੀ ਹੋਊਗੀ, ਉਹ ਸਟੇਟ ਦਾ ਕਦੇ ਵੀ ਉਹਨੂੰ ਗਵਰਨਰ ਨਹੀਂ ਲਾਉਣਗੇ ਜਿਹੜਾ ਇਨਸਾਨ ਗਵਰਨਰ ਬਣਨ ਦੇ ਲਾਇਕ ਹੈਗਾ ਗਾ, ਠੀਕ ਹੈ। ਤੀਸਰਾ ਪੁਆਇੰਟ ਕੀ ਹੈ? ਤੀਸਰਾ ਪੁਆਇੰਟ ਇਹ ਹੈ ਕਿ ਇਹਦਾ ਕਾਰਜਕਾਲ ਹੁੰਦਾ ਗਾ 5 ਸਾਲ ਦਾ। ਚੌਥਾ ਕੰਮ ਕੀ ਹੈ ਇਹਦਾ? ਚੌਥਾ ਕੰਮ ਕੀ ਹੈ? ਇਹ ਸਟੇਟ ਐਂਡ ਸੈਂਟਰ ਸਰਕਾਰ ਦੇ ਵਿੱਚ ਇੱਕ ਕਾਹਦਾ ਕੰਮ ਕਰਦਾ ਗਾ? ਲਿੰਕ ਦਾ ਕੰਮ ਕਰਦਾ ਗਾ, ਠੀਕ ਹੈ। 2 ਪੁਆਇੰਟ ਇਹ। ਪੰਜਵਾਂ ਪੁਆਇੰਟ ਕੀ ਹੈਗਾ ਗਵਰਨਰ ਦਾ? ਕਿ ਜਿਹੜਾ ਗਵਰਨਰ ਆ ਉਹ ਇੱਕ ਸਟੇਟ ਦਾ ਗਵਰਨਰ ਹੋਣ ਦੇ ਨਾਤੇ ਕਈ ਸਟੇਟਾਂ ਦਾ ਗਵਰਨਰ ਵੀ ਬਣ ਸਕਦਾ ਗਾ। ਇੱਕ ਗਵਰਨਰ ਨੂੰ 2 ਸਟੇਟਾਂ ਦਾ ਗਵਰਨਰ ਜਾਂ 3 ਸਟੇਟਾਂ ਦਾ ਗਵਰਨਰ ਵੀ ਲਗਾਇਆ ਜਾ ਸਕਦਾ ਗਾ। ਇਹ ਗੱਲ ਵੀ ਯਾਦ ਰੱਖਣੀ ਹੈ, ਠੀਕ ਹੈ ਜੀ। ਅਤੇ ਇਹ ਜਿਹੜਾ ਸਟੇਟ ਦਾ ਪੇਰੈਂਟ ਹੁੰਦਾ ਗਾ, ਜਿਵੇਂ ਆਪਣੇ ਇੰਡੀਆ ਦਾ ਪੇਰੈਂਟ ਕਿਹਨੂੰ ਕਿਹਾ ਜਾਂਦਾ ਗਾ? ਭਾਰਤ ਦਾ ਪੇਰੈਂਟ ਕਿਹਨੂੰ ਕਿਹਾ ਜਾਂਦਾ ਗਾ? ਪ੍ਰੈਜ਼ੀਡੈਂਟ ਨੂੰ। ਤਾਂ ਉਵੇਂ ਜਿਵੇਂ, ਠੀਕ ਹੈ। ਤਾਂ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਆਪਣਾ ਗਵਰਨਰ ਹੈਗਾ ਇਹਨੂੰ ਕਾਹਦਾ ਪੇਰੈਂਟ ਕਿਹਾ ਜਾਂਦਾ ਗਾ? ਪੇਰੈਂਟ ਆਫ ਸਟੇਟ ਕਿਹਾ ਜਾਂਦਾ ਗਾ, ਠੀਕ ਹੈ। ਅਤੇ ਹੁਣ ਪ੍ਰਸ਼ਨ ਇਹ ਬਣਦਾ ਕਿ ਪੰਜਾਬ ਦਾ ਭਾਈ ਕੌਣ ਹੈਗਾ? ਪੰਜਾਬ ਦਾ ਗਵਰਨਰ ਕੌਣ ਹੈਗਾ? ਤਾਂ ਪੰਜਾਬ ਦਾ ਗਵਰਨਰ ਹੈਗਾ ਆਪਣਾ ਬਨਵਾਰੀ ਲਾਲ ਪੁਰੋਹਿਤ, ਠੀਕ ਹੈ। ਜਿਹੜਾ ਬਨਵਾਰੀ ਲਾਲ ਪੁਰੋਹਿਤ ਹੈ ਜਿਹੜਾ, ਉਹ ਆਪਣੇ ਪੰਜਾਬ ਦਾ ਗਵਰਨਰ ਹੈ। ਇਹ ਗੱਲ ਯਾਦ ਰੱਖਿਆ ਕਿਉਂਕਿ ਪੰਜਾਬ ਦੇ ਗਵਰਨਰ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਗਾ, ਠੀਕ ਹੈ। ਅਤੇ ਪੰਜਾਬ ਜਿਹੜਾ ਗਵਰਨਰ ਹੁੰਦਾ ਕਿਹੜੀ ਆਰਟੀਕਲ ਦੇ ਅੰਡਰ ਆਉਂਦਾ ਗਾ? ਇਹ ਆਉਂਦਾ ਆਰਟੀਕਲ 152 ਦੇ ਤਹਿਤ ਵੀ ਆਉਂਦਾ ਗਾ, ਠੀਕ ਹੈ। ਉਹ ਤਾਂ 152 ਤੋਂ ਲੈ ਕੇ 162 ਤੱਕ ਇਹਦੇ, ਤਾਂ ਉਹ ਆਪਾਂ ਇਹਨੂੰ 152 ਦੇ ਵਿੱਚ ਵੀ ਇਨਕਲੂਡ ਕਰ ਲੈਂਦੇ ਹਾਂ, ਠੀਕ ਹੈ। ਅਤੇ ਗਵਰਨਰ ਬਣਨ ਵਾਸਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ ਗਵਰਨਰ ਬਣਨ ਵਾਸਤੇ ਉਮਰ ਹੋਣੀ ਚਾਹੀਦੀ ਹੈ ਘੱਟੋ ਘੱਟ 35 ਸਾਲ, ਠੀਕ ਹੈ। ਪੰਚਾਇਤੀ ਰਾਜ ਸਿਸਟਮ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਕੀਤਾ ਗਿਆ ਸੀ? ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਕਿ ਮੱਧ ਪ੍ਰਦੇਸ਼? ਇਹ ਤਾਂ ਹਰੇਕ ਬੱਚੇ ਨੂੰ ਪਤਾ ਹੋਊਗਾ। ਰਾਜਸਥਾਨ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਿਸਟਮ ਕੀਤਾ ਗਿਆ ਸੀ। ਕਿਹੜੀ ਸਟੇਟ ਦੇ ਵਿੱਚ ਕੀਤਾ ਗਿਆ ਸੀ? ਹੁਣ ਇਹ ਪ੍ਰਸ਼ਨ ਪੁੱਛਿਆ ਜਾਂਦਾ ਗਾ। ਨਾਗਪੁਰ ਦੇ ਵਿੱਚ, ਠੀਕ ਹੈ। ਅਤੇ ਰਾਜਸਥਾਨ ਬਾਰੇ 1-2 ਗੱਲਾਂ ਹੋਰ ਦੱਸ। ਰਾਜਧਾਨੀ ਕੀ ਹੈਗੀ? ਰਾਜਸਥਾਨ ਦੀ ਰਾਜਧਾਨੀ ਕੀ ਹੈ ਬਈ ਦੱਸੋ? ਜੈਪੁਰ, ਠੀਕ ਹੈ। ਰਾਜਧਾਨੀ ਹੈਗੀ ਜੈਪੁਰ। ਅਤੇ CM ਕੌਣ ਹੈ ਰਾਜਸਥਾਨ ਦਾ? ਰਾਜਸਥਾਨ ਦਾ CM ਕੌਣ ਹੈ ਦੱਸੋ? ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ। ਰਾਜਸਥਾਨ ਦਾ CM ਕਾਂਗਰਸ ਸਰਕਾਰ ਸੀ ਇੱਥੇ, ਠੀਕ ਹੈ। ਤਾਂ ਇਹਦਾ CM ਹੈਗਾ ਭਾਈ ਅਸ਼ੋਕ ਗਹਿਲੋਟ। ਅਤੇ ਕਲਰਾਜ ਮਿਸ਼ਰਾ ਇੱਥੋਂ ਦਾ ਕੀ ਹੈਗਾ? ਕਲਰਾਜ ਮਿਸ਼ਰਾ ਇੱਥੋਂ ਦਾ ਗਵਰਨਰ ਹੈ। ਇਹ ਗੱਲ ਵੀ ਯਾਦ ਰੱਖਣੀ ਹੈ, ਠੀਕ ਹੈ। ਅਤੇ ਰਾਜਸਥਾਨ ਆਪਣੀ ਸਭ ਤੋਂ ਵੱਡੀ ਸਟੇਟ ਹੈ। ਇਹ ਗੱਲ ਵੀ ਯਾਦ। ਖੇਤਰਫਲ ਦੇ ਤੌਰ 'ਤੇ ਸਭ ਤੋਂ ਵੱਡੀ ਸਟੇਟ ਕੀ ਹੈ? ਰਾਜਸਥਾਨ। ਅਤੇ ਸਭ ਤੋਂ ਛੋਟੀ ਸਟੇਟ ਕੀ ਹੈ? ਗੋਆ। ਪ੍ਰਧਾਨ ਮੰਤਰੀ ਨਾਲ ਉਸਦੀ ਮੰਤਰੀ ਪਰਿਸ਼ਦ ਹੋਵੇਗੀ, ਇਹ ਗੱਲ ਕਿਸ ਆਰਟੀਕਲ ਦੇ ਵਿੱਚ ਕਹੀ ਗਈ ਹੈ? ਆਰਟੀਕਲ 68 ਦੇ ਅੰਡਰ ਕਹੀ ਗਈ ਹੈ, 74, 61 ਕਿ ਆਰਟੀਕਲ 100? ਤਾਂ ਆਰਟੀਕਲ 76 ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਈ ਪ੍ਰਧਾਨ ਮੰਤਰੀ ਨਾਲ ਉਸਦੀ ਮੰਤਰੀ ਪਰਿਸ਼ਦ ਵੀ ਹੋਊਗਾ।
61 ਦੇ ਵਿੱਚ ਕਾਹਦੀ ਗੱਲ ਕੀਤੀ ਗਈ ਹੈ? ਇੰਪੀਚਮੈਂਟ ਦੀ। ਕਿਹਦੀ ਇੰਪੀਚਮੈਂਟ? ਪ੍ਰੈਜ਼ੀਡੈਂਟ ਦੀ। ਠੀਕ ਹੈ, ਇਹ ਗੱਲਾਂ ਯਾਦ ਰੱਖੋ। ਕਿਸ ਸਾਲ ਰਾਜਾਂ ਨੂੰ ਭਾਸ਼ਾ ਦੇ ਆਧਾਰ 'ਤੇ ਵੱਖ ਕੀਤਾ ਗਿਆ ਸੀ? ਕਿ ਜਿਹੜੇ ਵੀ ਰਾਜ ਆਪਣੇ ਉਹਨਾਂ ਨੂੰ ਭਾਸ਼ਾ ਦੇ ਆਧਾਰ 'ਤੇ ਵੱਖ ਕੀਤਾ ਜਾਵੇ। ਤਾਂ ਇਹ ਕਰਿਆ ਗਿਆ ਸੀ ਭਾਈ 51, 56, 76 ਕਿ 1996। ਤਾਂ ਇਹ ਕੰਮ ਕਰਿਆ ਗਿਆ ਸੀ 1956 ਦੇ ਵਿੱਚ। 1956 ਦੇ ਵਿੱਚ ਸਭ ਤੋਂ ਪਹਿਲਾਂ ਭਾਸ਼ਾ ਦੇ ਆਧਾਰ 'ਤੇ ਕਿਹੜੀ ਸਟੇਟ ਅਲੱਗ ਕੀਤੀ ਗਈ ਸੀ? ਆਂਧਰਾ ਪ੍ਰਦੇਸ਼ ਨੂੰ ਅਲੱਗ ਕੀਤਾ ਗਿਆ ਸੀ। ਅਤੇ ਜਦੋਂ ਇਹ ਆਂਧਰਾ ਪ੍ਰਦੇਸ਼ ਨੂੰ ਅਲੱਗ ਕਰਤਾ, ਅਲੱਗ ਕਰਨ ਦਾ ਮਕਸਦ ਕੀ ਸੀ ਇਹਨਾਂ ਦਾ? ਅਲੱਗ ਕਰਨ ਦਾ ਮਕਸਦ ਇਹ ਸੀ, ਕੋਈ ਹਿਸਾਬ ਨਹੀਂ ਆ ਰਿਹਾ ਸੀ ਇਹਨਾਂ ਨੂੰ ਕਿ ਕਿਵੇਂ ਕਰੀਏ ਯਾਰ, ਕਿਵੇਂ ਘਾਲਾ ਬਾਲਾ ਜਿਹਾ ਹੋਇਆ ਪਿਆ ਸੀ। ਅਲੱਗ ਅਲੱਗ ਨੇ, ਪੰਜਾਬ ਦੇ ਵਿੱਚ ਪੰਜਾਬੀ ਕਰ ਦਿਓ, ਤੇਲਗੂ ਦੇ ਵਿੱਚ ਤਾਮਿਲ ਕਰ ਦਿਓ, ਕੰਨੜਾ ਨੇ ਕਰਨਾਟਕਾ 'ਚ ਕਰ ਦਿਓ। ਠੀਕ ਹੈ, ਐਂ ਕਰਤਾ ਸੀ ਇਹਨਾਂ ਨੇ ਸਿਸਟਮ। ਤਾਂ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਨੂੰ ਵੱਖ ਕੀਤਾ ਗਿਆ ਸੀ, ਕਿਉਂਕਿ ਇਹਦੇ ਵਾਸਤੇ ਪੋਤੀ ਸੀ, ਇੱਕ ਪੋਤੀ, ਇਹਦਾ ਪੂਰਾ ਨਾਮ ਹੈ ਸਕਿਪ ਹੋ ਗਿਆ, ਪੋਤੀ ਸੀ। ਉਹ 56 ਦਿਨ ਦੀ ਭੁੱਖ ਹੜਤਾਲ 'ਤੇ ਬੈਠਾ ਸੀ। ਭੁੱਖ ਹੜਤਾਲ 'ਤੇ ਬੈਠਣ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ। ਤਾਂ ਇਹ ਚੀਜ਼ ਤੋਂ ਆ ਕੇ ਵੀ ਥੋੜ੍ਹਾ ਜਿਹਾ ਇਹ ਚੀਜ਼ 'ਤੇ ਬਹੁਤ ਇਫੈਕਟ ਪਿਆ ਸੀ। ਗੋਆ ਨੂੰ ਇੱਕ ਸਟੇਟ ਦਾ ਦਰਜਾ ਕਿਦੋਂ ਦਿੱਤਾ ਗਿਆ? 87, 76, 61 ਕਿ 60। ਗੋਆ ਬਾਰੇ ਇੱਕ ਦੋ ਗੱਲਾਂ ਦੱਸਦਾ। ਗੋਆ ਇੱਕ ਤਾਂ ਸਭ ਤੋਂ ਛੋਟੀ ਸਟੇਟ ਹੈ, ਸਭ ਤੋਂ ਛੋਟੀ ਸਟੇਟ ਗੋਆ ਹੈ। ਦੂਸਰੀ ਗੱਲ, ਅੰਗਰੇਜ਼ਾਂ ਨੇ ਸਾਰੇ ਭਾਰਤ 'ਤੇ ਕਬਜ਼ਾ ਕਰ ਲਿਆ ਸੀ, ਪਰ ਅੰਗਰੇਜ਼ਾਂ ਨੇ ਗੋਆ ਇੱਕ ਇਹੋ ਜਿਹੀ ਸਟੇਟ ਹੈ ਜਿਹ 'ਤੇ ਅੰਗਰੇਜ਼ਾਂ ਨੇ ਕਬਜ਼ਾ ਰਾਜ ਨਹੀਂ ਕੀਤਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਇਹ ਆਜ਼ਾਦ ਕਦੋਂ ਹੋਇਆ ਸੀ ਗੋਆ? 1961 ਦੇ ਵਿੱਚ ਗੋਆ ਸੀ ਜਿਹੜਾ ਉਹ ਆਜ਼ਾਦ ਹੋ ਗਿਆ ਸੀ। ਠੀਕ ਹੈ, ਇਹਨੂੰ ਸਟੇਟ ਦਾ ਦਰਜਾ ਕਦੋਂ ਦਿੱਤਾ ਗਿਆ ਸੀ? 1987 ਦੇ ਵਿੱਚ। ਇਹ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। 61 ਦੇ ਵਿੱਚ ਆਜ਼ਾਦ ਹੋ ਗਿਆ ਸੀ। ਠੀਕ ਹੈ, 61 ਦੇ ਵਿੱਚ ਇਹ ਆਜ਼ਾਦ ਹੋ ਗਿਆ ਸੀ ਗੋਆ, ਅਤੇ 1987 ਦੇ ਵਿੱਚ ਇਹਨੂੰ ਸਟੇਟ ਦਾ ਦਰਜਾ ਦਿੱਤਾ ਸੀ। ਇਹ ਗੱਲ ਯਾਦ ਰੱਖਣੀ ਹੈ। ਓਕੇ, ਅਤੇ ਹੁਣ ਗੱਲ ਕਰਦੇ ਹਾਂ ਕਿ ਗੋਆ ਦਾ CM ਕੌਣ ਹੈਗਾ। ਠੀਕ ਹੈ, ਗੋਆ ਦਾ ਚੀਫ ਮਿਨਿਸਟਰ ਕੌਣ ਹੈ? ਗੋਆ ਦਾ ਚੀਫ ਮਿਨਿਸਟਰ ਹੈਗਾ ਭਾਈ ਪ੍ਰਮੋਦ ਸਾਵੰਤ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਪ੍ਰਮੋਦ ਸਾਵੰਤ ਹੈ, 13ਵਾਂ CM ਇੱਥੋਂ ਦਾ ਇਹ। ਅਤੇ ਇੱਕ ਗੱਲ ਤਾਂ ਇਹ ਸੀ। ਦੂਸਰੀ ਗੱਲ, ਗੋਆ ਦੀ ਰਾਜਧਾਨੀ ਕਿਹੜੀ ਹੈ? ਗੋਆ ਦੀ ਰਾਜਧਾਨੀ ਕਿਹੜੀ ਹੈ? ਤਾਂ ਗੋਆ ਦੀ ਜਿਹੜੀ ਰਾਜਧਾਨੀ ਹੈ ਉਹ ਹੈਗੀ ਹੈ ਪਣਜੀ। ਯਾਦ ਰੱਖਣੀ ਹੈ। ਠੀਕ ਹੈ, ਭਾਰਤ ਵਿੱਚ ਸੰਸਦ ਹੋਵੇਗੀ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈਗਾ? ਆਰਟੀਕਲ 79 ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ। ਆਰਟੀਕਲ 79 ਦੇ ਵਿੱਚ ਸੰਸਦ ਆ ਜਾਂਦੀ ਹੈ, 80 ਦੇ ਵਿੱਚ ਰਾਜ ਸਭਾ ਆ ਜਾਂਦੀ ਹੈ, 81 ਦੇ ਵਿੱਚ ਲੋਕ ਸਭਾ ਆ ਜਾਂਦੀ ਹੈ। ਠੀਕ ਹੈ, ਸੌਖਾ ਕੰਮ ਹੀ ਹੈ, ਕੋਈ ਏਡਾ ਨਹੀਂ ਹੈਗਾ। ਅਤੇ ਰਾਸ਼ਟਰਪਤੀ ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਨੋਮੀਨੇਟ ਕਰ ਸਕਦਾ? ਬਹੁਤ ਬਾਈ ਦੱਸ ਗਿਆ। 250 ਮੈਂਬਰ ਟੋਟਲ ਹੁੰਦੇ ਆ ਇਹਦੇ। 238 ਮੈਂਬਰ ਤਾਂ ਚੁਣ ਕੇ ਆਉਂਦੇ ਆ, 12 ਨੂੰ ਇਹ ਨੋਮੀਨੇਟ ਕਰਦਾ। ਇਹ ਨੋਮੀਨੇਟ ਕਰਦਾ ਉਹ ਕਿਸੇ ਨਾ ਕਿਸੇ ਵਿਸ਼ੇ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਆ। ਪੰਚਾਇਤੀ ਰਾਜ ਸਿਸਟਮ ਕਦੋਂ ਲਾਗੂ ਕੀਤਾ ਗਿਆ ਸੀ? ਸਭ ਤੋਂ ਪਹਿਲਾਂ ਕਿੱਥੇ ਰਾਜ ਕੀਤਾ ਗਿਆ ਸੀ? ਰਾਜਸਥਾਨ ਦੇ ਵਿੱਚ ਲਾਗੂ ਕੀਤਾ ਗਿਆ ਸੀ। ਕਦੋਂ? 59, 58, 52 ਕਿ 50? ਤਾਂ 1959 ਨੰਬਰ ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਠੀਕ ਹੈ, ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੀ ਤਾਕਤ ਜਾਂ ਸ਼ਕਤੀ ਕਿਸ ਦੇ ਕੋਲ ਹੁੰਦੀ ਹੈ? ਸ਼ੁਰੂ ਤੋਂ ਦੱਸ ਕੇ ਗਿਆ ਤੁਹਾਨੂੰ। ਕਿਸੇ ਸਟੇਟ ਦਾ ਦਾਇਰਾ ਛੋਟਾ ਕਰਨਾ ਹੈ, ਵੱਡਾ ਕਰਨਾ ਹੈ, ਨਾਮ ਚੇਂਜ ਕਰਨਾ ਹੈ, ਇਹ ਸਾਰੇ ਕੰਮ ਕੌਣ ਕਰਦਾ ਹੈ? ਸੰਸਦ ਕਰਦੀ ਹੈ। ਤਾਂ ਉਹ ਜੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੌਣ ਕਰ ਸਕਦਾ? ਸੰਸਦ ਕਰ ਸਕਦੀ ਹੈ। ਠੀਕ ਹੈ, ਸੰਸਦ ਨੂੰ ਆਪਾਂ ਕੀ ਕਹਿੰਦੇ ਆ? ਪਾਰਲੀਮੈਂਟ ਕਹਿੰਦੇ ਆ। ਪਾਰਲੀਮੈਂਟ ਲੋਕ ਸਭਾ ਵੀ ਉਹਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਅਤੇ ਆਹ ਚੀਜ਼ਾਂ ਤਾਂ ਉਹਦੇ ਵਿੱਚ ਆ ਹੀ ਨਹੀਂ ਸਕਦਾ। ਲੋਕ ਸਭਾ ਹੁੰਦੀ ਹੈ ਅਗਲੀ ਪਾਰਲੀਮੈਂਟ ਦੇ। ਪਾਰਲੀਮੈਂਟ ਦੇ ਦੋ ਭਾਗ ਹੁੰਦੇ ਆ, ਰਾਜ ਸਭਾ ਅਤੇ ਲੋਕ ਸਭਾ। ਠੀਕ ਹੈ, ਇਹਨਾਂ ਵਿੱਚੋਂ ਕਿਹੜੀ ਐਮਰਜੈਂਸੀ ਜਿਸਨੂੰ ਜ਼ਿਆਦਾ ਤੋਂ ਜ਼ਿਆਦਾ 3 ਸਾਲਾਂ ਲਈ ਲਗਾਇਆ ਜਾ ਸਕਦਾ ਹੈ? ਆਪਣੇ 3 ਐਮਰਜੈਂਸੀਆਂ ਹੁੰਦੀਆਂ ਹੈਗੀਆਂ, ਪਤਾ ਨਾ। ਸਭ ਤੋਂ ਪਹਿਲਾਂ ਆਉਂਦੀ ਹੈ ਆਪਣੀ ਨੈਸ਼ਨਲ ਐਮਰਜੈਂਸੀ 352 ਦੇ ਵਿੱਚ। ਫਿਰ ਆਉਂਦੀ ਆਪਣੀ ਸਟੇਟ ਐਮਰਜੈਂਸੀ 356 ਦੇ ਵਿੱਚ। ਫਿਰ ਆਉਂਦੀ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ 360 ਦੇ ਵਿੱਚ। ਠੀਕ ਹੈ, ਇਹ ਤਿੰਨੀ ਐਮਰਜੈਂਸੀਆਂ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 3 ਸਾਲਾਂ ਬਾਅਦ ਕਿਹੜੀ ਐਮਰਜੈਂਸੀ ਨੂੰ ਲਗਾਇਆ ਜਾਂਦਾ ਹੈਗਾ? ਸਟੇਟ ਐਮਰਜੈਂਸੀ ਆਪਣੀ ਜਿਹੜੀ ਆਰਟੀਕਲ 356 ਦੇ ਵਿੱਚ ਆਉਂਦੀ ਹੈ। ਇੱਕ ਇਹੋ ਜਿਹੀ ਐਮਰਜੈਂਸੀ ਜਿਹਨੂੰ ਵੱਧ ਤੋਂ ਵੱਧ 3 ਸਾਲਾਂ ਵਾਸਤੇ ਲਗਾਇਆ ਜਾ ਸਕਦਾ ਹੈ। ਕਿਸ ਸਾਲ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਵੀ ਬਾਹਰੀ ਦੇਸ਼ ਦਖਲਅੰਦਾਜ਼ੀ ਨਹੀਂ ਕਰੇਗਾ? ਮਤਲਬ ਆਪਣਾ ਸੰਵਿਧਾਨ ਹੈ ਉਹਦੇ ਵਿੱਚ ਕੋਈ ਆਰਟੀਕਲ ਦੇ ਵਿੱਚ ਸੰਸ਼ੋਧਨ ਕਰਨਾ, ਕੁਝ ਵੀ ਕਰਨਾ ਗਾ, ਉਹਦੇ ਵਿੱਚ ਜਿਹੜੀਆਂ ਬਾਹਰਲੀਆਂ ਸਟੇਟਾਂ ਵਾਲੇ ਉਹ ਆ ਕੇ ਪੰਗਾ ਨਹੀਂ ਲੈਣਗੇ। ਸਟੇਟਾਂ ਵਾਲੀ ਨਹੀਂ, ਬਾਹਰਲੀ ਕੰਟਰੀ ਕੋਈ ਵੀ ਦੇਸ਼ ਆ ਕੇ ਉਹਦੇ 'ਚ ਪੰਗਾ ਨਹੀਂ ਲੈ ਸਕਦਾ। ਇਹ ਗੱਲ ਕਿਹਨੇ ਕਹੀ ਸੀ? ਕਿਹਦੋਂ ਕਹੀ ਸੀ ਗੱਲ? 30 ਦੇ ਵਿੱਚ, 36 ਦੇ ਵਿੱਚ, 1948 ਦੇ ਵਿੱਚ, 1946 ਦੇ ਵਿੱਚ। ਤਾਂ ਇਹ BR ਅੰਬੇਦਕਰ ਜਿਹੜੇ ਇਹਨਾਂ ਨੇ ਮਤਾ ਪਾਇਆ ਸੀ, ਇਹ ਸਾਰੇ ਰਲ ਕੇ 1936 ਦੇ ਵਿੱਚ। ਠੀਕ ਹੈ, ਇਹਨਾਂ ਦੇ ਵਿੱਚ ਕਿਸ ਕੋਲ ਪਾਵਰ ਹੈ ਕਿ ਉਹ ਫੰਡਾਮੈਂਟਲ ਰਾਈਟ ਅਤੇ ਲੀਗਲ ਰਾਈਟ ਦੋਵਾਂ 'ਤੇ ਰਿਟ ਜਾਰੀ ਕਰ ਸਕਦਾ? ਇੱਥੇ ਸਾਰੇ ਬੱਚੇ ਉਲਝਣਗੇ। ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ ਕਿ ਪ੍ਰੈਜ਼ੀਡੈਂਟ ਕੋਰਟ? ਡਿਸਟ੍ਰਿਕਟ ਕੋਰਟ ਤੁਸੀਂ ਭੁੱਲ ਹੀ ਜਾਓ, ਪ੍ਰੈਜ਼ੀਡੈਂਟ ਕੋਰਟ ਤਾਂ ਕੋਈ ਹੁੰਦਾ ਹੀ ਨਹੀਂ। ਹੁਣ ਰੌਲਾ ਰਹਿ ਗਿਆ ਇਹਨਾਂ ਦੋਨਾਂ ਦੇ ਵਿੱਚ। ਸੁਪਰੀਮ ਕੋਰਟ 124,
ਹਾਈ ਕੋਰਟ 214। ਠੀਕ ਹੈ, ਇਹ ਦੋ ਹੋ ਗਏ। ਇਹਨਾਂ ਦੇ ਵਿੱਚੋਂ ਜਿਹੜਾ ਤਾਂ ਭਾਈ ਹੈਗੀ ਸੁਪਰੀਮ ਕੋਰਟ, ਇਹ ਤਾਂ ਇਕੱਲੀ ਫੰਡਾਮੈਂਟਲ ਰਾਈਟ 'ਤੇ ਹੀ ਰਿਟ ਜਾਰੀ ਕਰ ਸਕਦੀ। ਇੱਥੇ ਉਲਝਦੇ ਇਹ ਤੁਸੀਂ ਮੈਨੂੰ ਪਤਾ ਸਾਰੇ ਸੁਪਰੀਮ ਕੋਰਟ ਆਨਸਰ ਲਾ ਕੇ ਆਉਣਾ ਸੀ। ਗੱਲ ਧਿਆਨ 'ਚ ਰੱਖ ਲਓ, ਜਿੱਥੇ ਕਿਤੇ ਵੀ ਇਕੱਲੇ ਫੰਡਾਮੈਂਟਲ ਰਾਈਟ ਦੀ ਗੱਲ ਆਉਂਦੀ ਹੈ ਉੱਥੇ ਸੁਪਰੀਮ ਕੋਰਟ ਵੀ ਰਿਟ ਜਾਰੀ ਕਰ ਸਕਦੀ ਹੈ ਅਤੇ ਹਾਈ ਕੋਰਟ ਵੀ। ਪਰ ਜੇ ਨਾਲ ਲਿਖਤਾ ਲੀਗਲ ਰਾਈਟ, ਫੰਡਾਮੈਂਟਲ ਰਾਈਟ ਅਤੇ ਲੀਗਲ ਰਾਈਟ, ਠੀਕ ਹੈ, ਲੀਗਲ ਰਾਈਟ 'ਤੇ ਰਿਟ ਜਾਰੀ ਕਰਨੀ ਹੈ, ਉੱਥੇ ਇਕੱਲੀ ਹਾਈ ਕੋਰਟ ਦੇ ਕੋਲ ਜ਼ਿਆਦਾ ਪਾਵਰ ਹੈ। ਹਾਈ ਕੋਰਟ ਹੈ ਜਿਹੜੀ ਉਹ ਲੀਗਲ ਰਾਈਟ 'ਤੇ ਵੀ ਰਿਟ ਜਾਰੀ ਕਰ ਸਕਦੀ ਹੈ ਅਤੇ ਫੰਡਾਮੈਂਟਲ ਰਾਈਟ 'ਤੇ ਵੀ। ਪਰ ਜਿਹੜੀ ਸੁਪਰੀਮ ਕੋਰਟ ਹੈ ਸਿਰਫ ਫੰਡਾਮੈਂਟਲ ਰਾਈਟ 'ਤੇ ਹੀ ਰਿਟ ਜਾਰੀ ਕਰ ਸਕਦੀ ਹੈ। ਰਿਟ ਕਿਹਦੇ ਤਹਿਤ ਜਾਰੀ ਕੀਤੀ ਜਾਂਦੀ ਹੁੰਦੀ ਹੈ? ਆਰਟੀਕਲ 32 ਦੇ ਤਹਿਤ ਜਾਰੀ ਕੀਤੀ ਜਾਂਦੀ ਹੁੰਦੀ ਹੈ ਰਿਟ। ਠੀਕ ਹੈ, ਇਹ ਗੱਲ ਯਾਦ ਰੱਖਣੀ। ਲੀਗਲ ਰਾਈਟ ਦੇ ਵਿੱਚ ਆਪਣਾ ਇੱਕ ਆਰਟੀਕਲ ਕੱਢ ਕੇ ਪਾਤਾ, ਆਰਟੀਕਲ ਜਿਹੜਾ 31 ਹੈ ਆਪਣਾ, ਇਹ ਰਾਈਟ ਟੂ ਪ੍ਰੋਪਰਟੀ ਨਾਲ ਸੰਬੰਧਿਤ ਹੁੰਦਾ ਸੀ। ਰਾਈਟ ਟੂ ਪ੍ਰੋਪਰਟੀ ਜਿਹੜਾ ਆਪਾਂ ਕਹਿੰਦੇ ਆ ਸੰਪਤੀ ਦਾ ਅਧਿਕਾਰ, ਇਹ ਕੱਢਤਾ ਸੀ ਇਹਨਾਂ ਨੇ। ਕੇਸ਼ਵ ਨੰਦ ਭਾਰਤੀ ਵਾਲਾ ਜਦੋਂ ਰੌਲਾ ਪੈ ਗਿਆ ਸੀ ਉਦੋਂ ਇਹਨਾਂ ਨੂੰ ਕੱਢਤਾ ਸੀ। ਇਹਦੇ ਵਿੱਚੋਂ ਇਹ ਕੱਢ ਕੇ ਕਿਹੜੇ ਆਰਟੀਕਲ ਦੇ ਵਿੱਚ ਪਾਤਾ? 300A ਆਰਟੀਕਲ ਦੇ ਵਿੱਚ ਪਾ ਕੇ ਇਹਨੂੰ ਕਿਹੜਾ ਰਾਈਟ ਬਣਾਤਾ? ਲੀਗਲ ਰਾਈਟ ਬਣਾਤਾ। ਠੀਕ ਹੈ, ਤਾਂ ਹੁਣ ਲੀਗਲ ਰਾਈਟ ਦੇ ਜਿਹੜੇ ਫੈਸਲੇ ਆ ਉਹ ਹਾਈ ਕੋਰਟ ਸੁਣਾ ਸਕਦੀ ਹੈ, ਰਿਟ ਜਾਰੀ ਕਰ ਸਕਦੀ ਹੈ, ਪਰ ਸੁਪਰੀਮ ਕੋਰਟ ਨਹੀਂ ਰਿਟ ਜਾਰੀ ਕਰ ਸਕਦੀ। ਤਾਂ ਇਹਨਾਂ ਨੇ ਪੁੱਛਿਆ ਕਿ ਫੰਡਾਮੈਂਟਲ ਰਾਈਟ ਅਤੇ ਲੀਗਲ ਰਾਈਟ, ਇਹਦਾ ਆਨਸਰ ਆ ਜਾਊਗਾ ਹਾਈ ਕੋਰਟ। ਲਾਸਟ ਪ੍ਰਸ਼ਨ ਆਪਣਾ, ਕਿਸ ਪਾਵਰ ਦੇ ਅੰਤਰਗਤ ਰਾਸ਼ਟਰਪਤੀ ਵੀਟੋ ਪਾਵਰ ਦੇ ਨਾਲ ਦੁਬਾਰਾ ਸੋਚਣ ਜਾਂ ਰੀਥਿੰਕਿੰਗ ਲਈ ਭੇਜ ਸਕਦਾ ਹੈਗਾ? ਵੀਟੋ ਪਾਵਰ ਕਿੰਨੀਆਂ ਹੁੰਦੀਆਂ ਰਾਸ਼ਟਰਪਤੀ ਕੋਲ? 3 ਹੁੰਦੀਆਂ, ਸਸਪੈਂਸਿਵ, ਐਬਸੋਲੂਟ, ਪੋਕਟ ਵੀਟੋ, ਆਲ ਆਫ ਦੀਜ਼। ਤਾਂ ਰੀਥਿੰਕਿੰਗ ਵਾਸਤੇ ਕਿਹੜਾ ਆਨਸਰ ਆਊਗਾ? A ਨੰਬਰ ਆਪਸ਼ਨ। ਠੀਕ ਹੈ, ਮੰਨ ਲਓ ਬਿੱਲ ਭੇਜਤਾ ਮੈਨੂੰ, ਮੈਂ ਰਾਸ਼ਟਰਪਤੀ ਮੈਨੂੰ ਬਿੱਲ ਭੇਜਤਾ। ਚਲ ਮੰਨ ਲਓ ਆਪਣੇ ਮੱਘਰ ਕੋਲੇ ਬਿੱਲ ਆ ਗਿਆ ਯਾਰ, ਮੱਘਰ ਕੋਲੇ ਬਿੱਲ ਆ ਗਿਆ, ਮੱਘਰ ਨੇ ਬਿੱਲ ਪੜ੍ਹ ਲਿਆ ਆਪਣੇ ਵਾਲੇ ਨੇ, ਅਤੇ ਉਹਨੂੰ ਲੱਗਿਆ ਜਿਹਦੇ 'ਚ ਖੰਮ ਗਈਆਂ, ਉਹਨੇ ਵਾਪਸ ਭੇਜਤਾ। ਠੀਕ ਹੈ, ਕਿ ਰੀਥਿੰਕਿੰਗ ਕਰੋ, ਤਾਂ ਉਹ ਕਿਹੜਾ ਬਿੱਲ ਹੋ ਜਾਂਦਾ? ਉਹ ਸਸਪੈਂਸ ਬਣ ਜਾਂਦਾ ਇੱਕ। ਉਹ ਚੀਜ਼ ਕੀ ਬਣ ਜਾਂਦੀ ਕਿ ਸਸਪੈਂਸ ਬਣ ਜਾਂਦਾ, ਤਾਂ ਉਹਦੇ ਯਾਦ ਕਰ ਲਿਓ ਸਸਪੈਂਸ ਵੀਟੋ। ਐਬਸੋਲੂਟ ਵੀਟੋ, ਜਦੋਂ ਕੋਈ ਬਿੱਲ ਆ ਗਿਆ ਅਤੇ ਆਪਣੇ ਵਾਲੇ ਪਟਵਾਰੀ ਮੱਘਰ ਸਿੰਘ ਨੇ ਕੈਂਸਲ ਕਰਤਾ, ਉਹ ਸਮਝ ਲਓ ਮੱਘਰ ਦਾ ਰੈਂਕ ਪ੍ਰੈਜ਼ੀਡੈਂਟ ਵਾਲਾ ਗਾ, ਉਹਨੇ ਕੈਂਸਲ ਕਰਤਾ, ਤਾਂ ਉਹ ਐਬਸੋਲੂਟ ਬਿੱਲ ਬਣ ਜੂਗਾ। ਪੋਕਟ ਵੀਟੋ, ਪੋਕਟ ਵੀਟੋ ਉਹ ਹੁੰਦੀ ਹੈ ਕਿ ਭਾਈ ਮੇਰੇ ਕੋਲ ਬਿੱਲ ਆ ਗਿਆ ਕੋਈ, ਮੈਂ ਉਹ ਬਿੱਲ 'ਤੇ ਕੋਈ ਫੈਸਲਾ ਸੁਣਾਉਣਾ, ਮੈਂ ਚੁੱਪ ਕਰਕੇ ਦੀ ਜੇਬ 'ਚ ਠੋਕਿਆ। ਠੀਕ ਹੈ, ਮੇਰੀ ਮਰਜ਼ੀ ਹੈ, ਮੈਂ ਉਹਦੇ ਫੈਸਲਾ ਸੁਣਾਵਾਂ ਨਾ ਸੁਣਾਵਾਂ, ਹਾਂ ਕਰਾਂ ਜਾਂ ਨਾ ਕਰਾਂ, ਉਹ ਮੇਰੀ ਮਰਜ਼ੀ ਹੈ। ਠੀਕ ਹੈ, ਇਹ ਸਾਰਾ ਕੁਛ ਆ ਜਾਂਦਾ ਪੋਕਟ ਵੀਟੋ ਦੇ ਵਿੱਚ। ਪਰ ਇਹਨੇ ਰੀਥਿੰਕਿੰਗ ਦੀ ਕਿੱਥੇ ਵੀ ਗੱਲ ਆ ਗਈ ਉੱਥੇ ਸਸਪੈਂਸ ਵੀਟੋ ਦਾ ਹੀ ਨਾ ਆਊਗਾ। ਠੀਕ ਹੈ, ਇਹ ਪਾਵਰਾਂ ਹੈਗੀਆਂ ਰਾਸ਼ਟਰਪਤੀ ਦੇ, 3 ਪਾਵਰਾਂ ਹੁੰਦੀਆਂ, ਸਸਪੈਂਸ, ਐਬਸੋਲੂਟ ਅਤੇ ਪੋਕਟ ਵੀਟੋ। ਠੀਕ ਹੈ, ਇਹਨੂੰ ਸਕਿੱਪ ਨਹੀਂ ਕਰਨਾ, ਬਿਲਕੁਲ ਧਿਆਨ ਨਾਲ ਸਾਰੀਆਂ ਪਾਵਰਾਂ ਇਹ ਸਮਝਾਤੀਆਂ ਤੁਹਾਨੂੰ ਅਤੇ ਪੜ੍ਹਨੀਆਂ। ਅਤੇ ਇੰਨਾ ਤੁਹਾਡੇ ਨਾਲ ਵਾਅਦਾ ਹੈ ਕਿ ਪੇਪਰ ਮੇਰੇ ਕਰਵਾਏ ਹੋਏ 'ਚੋਂ ਬਾਹਰ ਨਾ ਤਾਂ ਕਦੇ ਆਇਆ ਨਾ ਕਦੇ ਆਊਗਾ। ਠੀਕ ਹੈ, ਕਿਉਂਕਿ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਪੁੱਤਰੋ ਕਿ ਤੋਂ ਫੀਸਾਂ ਲੈਣੀਆਂ। ਠੀਕ ਹੈ, ਤੁਹਾਨੂੰ ਮੈਂ ਕੋਈ, ਮੇਰਾ ਸ਼ੌਂਕ ਨਹੀਂ ਹੈਗਾ ਤੁਹਾਡੇ ਜਿਹੜਾ ਭਵਿੱਖ ਆ ਉਹਦੇ ਨਾਲ ਮੈਂ, ਠੀਕ ਹੈ, ਖੇਡਾਂ। ਤਾਂ ਮੈਨੂੰ ਇਹ ਜਿਹਾ ਕੋਈ ਵੀ ਲਾਲਚ ਨਹੀਂ, ਸਿਰਫ ਮੈਨੂੰ ਇਹ ਹੈਗਾ ਕਿ ਮੇਰੇ ਕੈਂਡੀਡੇਟ ਵੱਧ ਤੋਂ ਵੱਧ ਨੌਕਰੀ 'ਤੇ ਲੱਗਣ, ਬਸ ਮੇਰਾ ਮੇਨ ਏਮ ਇਹੀ ਹੈਗਾ। ਠੀਕ ਹੈ, ਤੁਹਾਨੂੰ ਦੱਸਦਾ ਹੈਗਾ, ਮੇਰਾ ਕੋਈ ਚੈਨਲ ਚਲਾਉਣ ਦਾ ਇਹ ਤਾਂ ਹੈ ਨਹੀਂ ਸੀ ਕਿ ਮੈਂ ਪੈਸਿਆਂ ਵਾਸਤੇ ਚਲਾਇਆ। ਚੈਨਲ ਚਲਾਉਣ ਦਾ ਮੋਟਿਵ ਮੇਰਾ ਇਹੀ ਸੀ ਭਾਈ, ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਬ ਇੰਸਪੈਕਟਰ ਦੀ ਪ੍ਰੀਪਰੇਸ਼ਨ ਕਰਦਾ। ਮੈਨੂੰ ਇਹ ਸੀ ਮੈਂ ਸਬ ਇੰਸਪੈਕਟਰ ਦਾ ਪੇਪਰ ਦੇ ਨਹੀਂ ਦੇਣਾ, ਕੁਛ ਮਰਜ਼ੀ ਹੋ ਜਾਏ, ਪਰ ਉਹਦੇ ਵਿੱਚ ਉਮਰ ਏਜ ਹੋਣ ਕਰਕੇ ਤਾਂ ਹੋ ਗਿਆ, ਕੰਮ ਹੋ ਗਿਆ ਸੀ। ਤਾਂ ਕਰਕੇ ਫਿਰ ਮੈਨੂੰ ਇਹ ਕਿ ਕਿਸੇ ਬੱਚੇ ਦਾ ਫਾਇਦਾ ਹੋਵੇ। ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਵਧੀਆ ਕੰਟੈਂਟ ਮਿਲੂਗਾ, 100% ਸਹੀ ਮਿਲੂਗਾ, ਵਿਦ PDF ਮਿਲ ਜਾਣਗੇ। ਠੀਕ ਹੈ, ਪੜ੍ਹਨ ਵਾਲੇ ਬਣੋ ਪੁੱਤਰੋ, ਬਾਕੀ ਜ਼ਿੰਮੇਵਾਰੀ ਮੇਰੀ ਹੈ। ਠੀਕ ਹੈ, ਅਤੇ ਵੀਡੀਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਓਕੇ।